ਸਾਡੇ ਨਾਲ ਖੁਦ ਸੁਨੀਲ ਕੁਮਾਰ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਇਸ ਚਰਚਾ ਦੇ ਵਿੱਚ ਜੁੜ ਚੁੱਕੇ ਨੇ। ਸਰ, ਤੁਹਾਡਾ ਬਹੁਤ ਸਵਾਗਤ ਹੈ ਜੀ ਪੰਜਾਬ, ਹਰਿਆਣਾ, ਹਿਮਾਚਲ ਤੇ ਨਾਲ ਹੀ ਇਸ ਚਰਚਾ ਦੇ ਵਿੱਚ ਨਿਤਿਕਾ ਮਹੇਸ਼ਵਰੀ ਵੀ ਸਾਡੇ ਨਾਲ ਜੁੜੇ ਨੇ। ਥੈਂਕ ਯੂ, ਤੁਸੀਂ ਮੌਕਾ ਦਿੱਤਾ ਤੁਹਾਡੇ ਨਾਲ ਗੱਲ ਕਰਨ ਦਾ। ਬਿਲਕੁਲ ਸਰ, ਜੋ ਕੀਤਾ ਗਿਆ, ਜੋ ਹੋਇਆ, ਜੋ ਤਸਵੀਰ ਬਣੀ ਤੇ ਜੋ ਵੀਡੀਓ ਸਾਹਮਣੇ ਆਇਆ, ਇਸ ਸਭ ਤੋਂ ਬਾਅਦ ਕਈ ਤਰੀਕੇ ਦੀਆਂ ਚਰਚਾਵਾਂ ਅੱਜ ਛਿੜ ਚੁੱਕੀਆਂ ਨੇ। ਪਾਰਟੀ ਇੱਕ ਇੰਟਰਨਲ ਡੈਮੋਕ੍ਰੇਸੀ ਦਾ ਬਾਰ-ਬਾਰ ਜ਼ਿਕਰ ਕਰਦੀ ਹੈ, ਇੱਕ ਸੈਕੂਲਰਿਜ਼ਮ ਦਾ ਜ਼ਿਕਰ ਕਰਦੀ ਹੈ ਤੇ ਅੱਜ ਉਹ ਦੋਵੇਂ ਚੀਜ਼ਾਂ ਸਾਖਤੇ ਨੇ, ਕਿਉਂਕਿ ਜੋ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਸਾਫ਼ ਤੁਸੀਂ ਇਹ ਕਹਿ ਰਹੇ ਹੋ ਕਿ 42 ਵਿਧਾਇਕਾਂ ਨੇ ਤੁਹਾਨੂੰ ਵੋਟ ਕੀਤਾ ਸੀ, ਤੁਹਾਨੂੰ ਪਸੰਦ ਕੀਤਾ ਸੀ ਬਤੌਰ ਸੀਐਮ, ਪਰ ਚੋਣ ਨਹੀਂ ਕੀਤੀ ਗਈ। ਚੋਣ ਉਹਨਾਂ ਦੀ ਕੀਤੀ ਗਈ ਜਿਨ੍ਹਾਂ ਨੂੰ ਮਹਿਜ਼ 2 ਵੋਟਾਂ ਪਈਆਂ। ਇਸ ਦੇ ਪਿੱਛੇ ਕੀ ਕਾਰਨ ਸਮਝਦੇ ਹੋ? देखो अमृता जी, मेरा मानना है पंजाब सब तो ज्यादा महत्वपूर्ण रहा है। सुनील या कोई होर बाकी कोई मुद्दे है, कोई तो व्यक्ति पंजाब तो वड्डा नहीं, कोई एक शख्सियत पार्टी तो वड्डी नहीं जी। ये सारे पंजाब की बेहतरी नूं सामने रख के, पार्टी की बेहतरी नूं सामने रख के एक प्रोसैस है, किसी एक डिसीजन मेकिंग प्रोसैस जिन्हों आप तुसीं कह लो। ਤੇ ਆ ਜਿਹੜਾ ਫੈਸਲਾ ਲਿਆ ਗਿਆ ਪੰਜਾਬ ਦੀ ਬਿਹਤਰੀ ਵਾਸਤੇ, ਪਾਰਟੀ ਦੀ ਬਿਹਤਰੀ ਵਾਸਤੇ ਨਿਗਾਹ 'ਚ ਰੱਖ ਕੇ ਲਿਆ ਗਿਆ ਤੇ ਇਹਨੂੰ ਕਿਸੇ ਹੋਰ ਦ੍ਰਿਸ਼ਟੀ ਨਾਲ ਨਾ ਦੇਖ ਕੇ ਅੱਜ ਦੇ ਦਿਨ ਇਸ ਤੇ ਚਰਚਾ ਕਰਨੀ, ਬਿਕੋਜ਼ ਕੱਲ ਬੜੇ ਇੱਕ ਸੁਭਾਵਿਕ ਤੌਰ ਤੇ ਸਾਡੇ ਮਹਿਲਾ ਵਰਕਰ ਸੀਗੇ, ਉਸ ਤੋਂ ਪਹਿਲਾਂ ਯੂਥ ਵਰਕਰ ਨਾਲ ਗੱਲ ਕਰਦੇ, ਕਿਉਂ ਬਾਰ-ਬਾਰ ਇੱਕ ਚਰਚਾ ਆ ਜਾਂਦੀ ਹੈ ਜੇ ਤੁਹਾਨੂੰ ਮੁੱਖ ਮੰਤਰੀ ਬਣਾ ਦਿੰਦੇ। ਜੇ ਵਾਲੀ ਗੱਲ ਨਹੀਂ, ਮੁੱਖ ਮੰਤਰੀ ਬਣਨਾ ਹੀ ਕੋਈ ਕ੍ਰਾਈਟੇਰੀਆ ਨਹੀਂ। ਲੋਕਾਂ ਦੀ ਸੇਵਾ ਤੇ ਜਿਹੜੇ ਕੰਟੈਕਸਟ 'ਚ ਮੈਂ ਗੱਲ ਕੀਤੀ ਸੀ, ਕਿਉਂਕਿ ਗੱਲ ਹੋ ਰਹੀ ਸੀ ਇਲਾਕੇ ਦੀ ਡਿਵੈਲਪਮੈਂਟ ਨੂੰ ਲੈ ਕੇ, ਸਾਡੇ ਅਬੋਹਰ ਦੇ ਇਲਾਕੇ ਦਾ, ਜਿੱਥੇ ਮੈਂ ਕੱਲ ਮੇਰੇ ਸੰਦੀਪ ਜਾਖੜ ਮੇਰੇ ਬੇਟੇ ਭਤੀਜੇ ਜਿਹੜੇ ਹੈ ਉਹ ਇਲੈਕਸ਼ਨ ਲੜ ਰਹੇ ਹੈ, ਉੱਥੇ ਗੱਲ ਕਰਦਾ ਮੈਂ ਉਹਨੂੰ ਦੱਸ ਰਿਹਾ ਸੀ ਤਕਰੀਬਨ 750 ਕਰੋੜ ਰੁਪਈਆ ਅਬੋਹਰ ਹਲਕੇ ਦੀ ਡਿਵੈਲਪਮੈਂਟ ਤੇ ਲੱਗਿਆ। ਤੇ ਜਿਸ ਤਰ੍ਹਾਂ ਕਈਆਂ ਨੇ ਮਲਾਲ ਕੀਤਾ ਜੇ ਮੁੱਖ ਮੰਤਰੀ ਬਣਦੇ, ਮੈਂ ਕਿਹਾ ਮੈਨੂੰ ਸਿਰਫ ਇੰਨਾ ਮਲਾਲ ਹੈ ਕਿਉਂਕਿ ਚਰਨਜੀਤ ਚੰਨੀ ਜੀ ਨੇ ਮੁੱਖ ਮੰਤਰੀ ਬਣਨ ਦੇ ਬਾਅਦ ਆਪਣੇ ਇਲਾਕੇ ਚਮਕੌਰ ਸਾਹਿਬ ਵਾਸਤੇ, ਮੈਂ ਨਿਊਜ਼ ਰਿਪੋਰਟ ਦੇਖ ਰਿਹਾ ਸੀ ਵੀ ਤਕਰੀਬਨ 1000 ਕਰੋੜ ਰੁਪਈਆ ਉਹਨਾਂ ਨੇ ਅਨਾਉਂਸ ਆਪਣੇ ਹਲਕੇ ਵਾਸਤੇ ਕੀਤਾ ਸੀਗਾ। ਤੇ ਮੈਂ ਇੱਕ ਬੜੇ ਕੈਜੂਅਲ ਵੇ ਨਾਲ ਕਿਹਾ ਸੀ, ਮੈਂ ਕਿਹਾ ਜੇ ਕਿਤੇ ਅਬੋਹਰ ਦੇ ਲੋਕਾਂ ਨੂੰ ਆ ਸੇਵਾ ਦਾ ਮੌਕਾ ਮਿਲਦਾ ਤਾਂ ਘੱਟੋ ਘੱਟ ਆਹ ਕਮੀ ਤਾਂ ਪੂਰੀ ਕਰ ਦਿੰਦੇ। ਸੋ ਆਈ ਥਿੰਕ ਇਹਦੇ 'ਚ ਕੋਈ ਜ਼ਿਆਦਾ ਇਹਨੂੰ ਬਾਲ ਕੀ ਖਾਲ ਨਿਕਾਲਣੇ ਵਾਲੀ ਕੋਈ ਗੱਲ ਦਾ ਕੋਈ ਇਸ਼ੂ ਨਹੀਂ ਹੈ। ਡਿਸੀਜਨ ਹੈਜ਼ ਬੀਨ ਟੇਕਨ, डिसीजन वाज टेकन बाय द हाई कमांड। ਜਿਹੜੇ ਸਾਡੇ ਦੇਖੋ ਆ ਕੋਈ ਲੁਕੀ ਛਿਪੀ ਗੱਲ ਨਹੀਂ, ਪਤਾ ਨਹੀਂ ਅੱਜ ਇਹਨੂੰ ਫੇਰ ਕਿਵੇਂ ਇੰਨਾ ਗੰਭੀਰਤਾ ਨਾਲ ਹੈ ਤੁਸੀਂ ਸਾਰੇ ਚੈਨਲਸ ਇਹਨੂੰ ਲੈ ਰਹੇ ਹੋ। ਉਦੋਂ ਵੀ ਆ ਗੱਲ ਸਾਹਮਣੇ ਆਈ ਸੀ ਵੀ ਸਾਡੇ ਕਾਂਗਰਸ ਦੇ ਜਿਹੜੇ ਸੀਨੀਅਰ ਐਡਵਾਈਜ਼ਰ ਹੈ ਸੋਨੀਆ ਜੀ ਦੇ, ਅੰਬਿਕਾ ਸੋਨੀ ਜੀ ਨੇ ਉਦੋਂ ਕਿਹਾ ਸੀਗਾ। ਤੇ ਇੱਥੇ ਵੀ ਸਾਡੇ ਜਿਹੜੇ 2-3 ਮੋਢੀ ਲੀਡਰਸ ਹੈ ਇਹਨਾਂ ਦੀ ਵੀ ਆਈ ਰਾਏ ਸੀ ਵੀ ਇੱਕ ਸਿੱਖ ਚਿਹਰਾ ਹੋਣਾ ਚਾਹੀਦਾ। ਸੋ ਇਟ ਵਾਜ਼ देयर डिसीजन एंड आई थिंक ਜਿੱਥੇ ਤਾਈਂ ਸੈਕੂਲਰਿਜ਼ਮ ਦੀ ਗੱਲ ਹੈ, ਮੈਂ ਅਮ੍ਰਿਤਾ ਜੀ ਤੁਹਾਨੂੰ ਕਹਿਣਾ ਚਾਹੂੰਗਾ ਵੀ ਮੇਰੇ ਐਕਟਿਵ ਪੋਲੀਟੀਕਲ ਕੈਰੀਅਰ ਜਿਹੜਾ 20 ਸਾਲ ਦਾ ਹੈ, 2002 'ਚ ਮੈਂ ਐਮਐਲਏ ਬਣਿਆ, ਅੱਜ 2022 ਆ ਗਿਆ। ਤੇ ਈਵਨ ਅਦਰਵਾਈਜ਼ ਔਨ ਦਾ ਪੈਰੀਫਰੀ ਆਫ ਪੋਲੀਟੀਕਲ ਕੈਰੀਅਰ ਤੋਂ 1972 ਤੋਂ ਲੈ ਕੇ ਹੁਣ ਤਾਈਂ ਦਾ 50 ਸਾਲ ਦਾ ਸਾਡੇ ਪਰਿਵਾਰ ਦਾ ਰਾਜਨੀਤੀ ਨਾਲ ਸੰਬੰਧ ਰਿਹਾ। ਮੈਂ ਆਪਣੀ ਜ਼ਿੰਦਗੀ 'ਚ ਰਾਹੁਲ ਗਾਂਧੀ ਤੋਂ ਵੱਡਾ ਕੋਈ ਸੈਕੂਲਰ ਬੰਦਾ ਨਹੀਂ ਦੇਖਿਆ ਜੀ। ਆਈ ਹੈਵ ਨਾਟ ਸੀਨ ਕਿਸੇ ਨੂੰ ਵੀ ਮਿਸਿਸ ਸੋਨੀਆ ਜੀ ਤੋਂ ਵੱਡਾ ਮੈਂ ਕੋਈ ਸੈਕੂਲਰ ਲੀਡਰ ਮੈਂ ਕਿਸੇ ਨਾਲ ਮੇਰੀ ਮੁਲਾਕਾਤ ਇਜ਼ ਨਾਟ ਬਿਕੋਜ਼ ਵੀ ਮੈਂ ਕੋਈ ਕਾਂਗਰਸ ਨਾਲ ਹਾਂ ਕਾਂਗਰਸੀ ਹਾਂ ਤੇ ਇਹਦੇ ਕਰਕੇ ਨਹੀਂ ਕਹਿ ਰਿਹਾ। ਮੇਰਾ ਬਾਕੀ ਦੂਜੀ ਪਾਰਟੀਆਂ ਦੇ ਵੀ ਸਾਰੇ ਅਕ੍ਰੋਸ ਦ ਬੋਰਡ, ਚਾਹੇ ਅਕਾਲੀ ਹੈਗੇ ਬਾਦਲ ਸਾਹਿਬ ਦਾ ਹਾਈਐਸਟ ਰਿਗਾਰਡ ਫॉर ਹਿਮ, ਬੀਜੇਪੀ ਨਾਲ ਦੇ ਜਿਹੜੇ ਸੀਰੀਅਸ ਨੇਤਾ ਉਹਨਾਂ ਨਾਲ ਵੀ ਚੌ ਸਾਹਿਬ ਕਰਕੇ ਬੜੇ ਅੱਛੇ ਸੰਬੰਧ ਮੇਰੇ ਸਾਰਿਆਂ ਨਾਲ ਰਹੇ ਹੈ। ਆਮ ਆਦਮੀ ਪਾਰਟੀ 'ਚ ਆਈ ਵੁੱਡ ਸੇ ਵੀ ਭਗਵੰਤ ਮਾਨ ਜੀ ਨਾਲ ਮੇਰੇ ਆਪਣੇ ਪਰਸਨਲ, ਕਿਉਂਕਿ 1.5 ਸਾਲ ਮੈਨੂੰ ਉਹਨਾਂ ਦੇ ਨਾਲ ਕਰੀਬਨ ਕੰਮ ਕਰਨ ਦਾ ਮੌਕਾ ਮਿਲਿਆ ਤੇ ਅਕ੍ਰੋਸ ਦਾ ਸਪੈਕਟਰਮ ਬੋਰਡ ਆ ਮੈਂ ਬੜੇ ਸੀਨੀਅਰ ਲੀਡਰਸ ਨਾਲ ਗੱਲਬਾਤ ਕਰਨ ਦਾ ਤੇ ਇੰਟਰੈਕਸ਼ਨ ਦਾ ਮੌਕਾ। ਬਟ ਆਈ ਬਿਲੀਵ ਸੈਕੂਲਰਿਜ਼ਮ ਦਾ ਜਿੱਥੇ ਤਾਈਂ ਸਵਾਲ ਹੈ, ਕੋਈ ਰਾਹੁਲ ਗਾਂਧੀ ਜੀ ਦੇ ਨੇੜੇ ਵੀ ਨਹੀਂ ਪਹੁੰਚਦਾ। ਸੋ ਇਟ ਵਾਜ਼ ਨਾਟ ਬੇਸਡ ਔਨ, ਉਹਨਾਂ ਨੂੰ ਹੋ ਸਕਦਾ ਮੌਕੇ ਤੇ ਆ ਕੇ ਕਈ ਲੀਡਰਸ ਨੇ ਇਨਫਲੂਐਂਸ ਕਰ ਲਿਆ ਤੇ ਉਹਨਾਂ ਨੇ ਜੋ ਵੀ ਫੈਸਲਾ ਲਿਆ ਪੰਜਾਬ ਦੀ ਬਿਹਤਰੀ ਵਾਸਤੇ ਨਿਗਾਹ ਰੱਖ ਕੇ। ਸੋ ਇਟ ਇਜ਼ ਨਾਟ ਐਨ ਇਸ਼ੂ ਕੌਣ ਬਣਿਆ ਨਹੀਂ ਬਣਿਆ, ਉਹ ਜੋ ਵੀ ਫੈਸਲਾ ਲਿਆ ਪਾਰਟੀ ਤੇ ਪੰਜਾਬ ਦੀ ਬਿਹਤਰੀ ਵਾਸਤੇ ਲਿਆ। ਅੱਜ ਤਾਂ ਇਹ ਵੀ ਸੋਚ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਲਿਆ ਜਾਵੇ,
ਇਸ ਸਿੱਖ ਭਾਈਚਾਰੇ ਨੂੰ ਜਿਹੜਾ ਸਾਂਝ ਹੈ ਪੰਜਾਬ ਦੀ, ਉਹਨੂੰ ਬਿਲਕੁਲ ਕਿਸ ਤਰ੍ਹਾਂ ਬਰਕਰਾਰ ਰੱਖਿਆ ਜਾਵੇ। ਜੀ ਬਿਲਕੁਲ, ਸਾਡੇ ਨਾਲ ਇਸ ਚਰਚਾ ਦੇ ਵਿੱਚ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਐਡੀਟਰ ਜਗਦੀਪ ਸੰਧੂ ਜੀ ਵੀ ਨੇ ਤੇ ਨਾਲ ਹੀ ਸਾਡੇ ਬਿਊਰੋ ਚੀਫ ਨਿਤਿਕਾ ਮਹੇਸ਼ਵਰੀ ਵੀ ਨੇ। ਜਗਦੀਪ ਜੀ ਤੁਹਾਡੇ ਤੋਂ ਸਵਾਲ ਲੈਣਗੇ। ਜਗਦੀਪ ਸਰ। ਜਾਖੜ ਸਾਹਿਬ, ਤੁਹਾਡੀ ਸਿੰਪਲਿਸਿਟੀ ਦੇ ਨਾ ਸਿਰਫ ਤੁਹਾਡੇ ਰਾਈਵਲ ਪੋਲੀਟੀਕਲ ਪਾਰਟੀ ਦੇ ਲੋਕ ਕਾਇਲ ਆ, ਅਸੀਂ ਵੀ ਤੁਹਾਡੀ ਸਿੰਪਲਿਸਿਟੀ, ਤੁਹਾਡੀ ਕ੍ਰੈਡੀਬਿਲਿਟੀ ਦੇ ਕਾਇਲ ਹੈ, ਕਿਉਂਕਿ ਤੁਸੀਂ ਇੱਕ ਜਿਹੜਾ ਅੱਜ ਦਾ ਪੋਲੀਟੀਕਲ ਸਿਸਟਮ ਹੈ ਜਿਹੜਾ ਬਹੁਤ ਹੀ ਗੰਦਾ ਹੋ ਚੁੱਕਿਆ, ਪੋਲੀਟੀਸ਼ੀਅਨਸ ਦਾ ਇੱਕ ਮਜ਼ਾਕ ਬਣਾਇਆ ਜਾਂਦਾ ਹੈ, ਉਹਨਾਂ ਦੇ ਉੱਪਰ ਜੋਕਸ ਬਣਦੇ ਆ, ਲੇਕਿਨ ਤੁਹਾਡੇ ਵਰਗੇ ਜਿਹੜੇ ਚਿਹਰੇ ਨੇ ਉਹ ਇੱਕ ਠੰਡੀ ਹਵਾ ਦਾ ਜਿਹੜਾ ਬੁੱਲਾ ਲੈ ਕੇ ਆਉਂਦੇ ਆ ਕਿ ਜਾਖੜ ਸਾਹਿਬ ਵਰਗੇ ਬੰਦੇ ਇਸ ਪੋਲੀਟੀਕਲ ਸਿਸਟਮ ਦਾ ਹਿੱਸਾ ਹੈ। ਮੇਰਾ ਇੱਕ ਸਵਾਲ ਹੈ ਕਿ ਠੀਕ ਹੈ, ਇੰਟਰਨਲ ਡੈਮੋਕ੍ਰੇਸੀ ਦੀ ਅਸੀਂ ਗੱਲ ਕਰ ਰਹੇ ਹਾਂ, ਤੁਹਾਡੀ ਦਾਅਵੇਦਾਰੀ ਸਭ ਤੋਂ ਤਕੜੀ ਸੀ, ਕੀ ਵਜ੍ਹਾ ਕੀ ਸੀ ਕਿ ਤੁਹਾਡੀ ਦਾਅਵੇਦਾਰੀ ਦਰਕਨਾਰ ਕੇ ਜਿਹੜਾ ਲਾਈਨ ਸਭ ਤੋਂ ਪਿੱਛੇ ਕੋਈ ਸ਼ਖਸ ਖੜਾ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ? ਔਰ ਦੂਸਰਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਕਾਂਗਰਸ ਦਾ ਅਸੀਂ ਹਾਲ ਦੇਖ ਰਹੇ ਹਾਂ, ਜਗਮੋਹਨ ਸਿੰਘ ਕੰਗ ਦੀ ਗੱਲ ਕਰ ਲਓ, ਸੀਨੀਅਰ ਨੇਤਾ ਨੇ, ਮਹਿੰਦਰ ਸਿੰਘ ਕੇਪੀ ਸਾਹਿਬ ਦਾ ਪੀਸੀਸੀ ਪ੍ਰੈਜ਼ੀਡੈਂਟ ਉਹ ਨਾਰਾਜ਼ ਨੇ, ਜਸਵੀਰ ਸਿੰਘ ਢਿੰਪਾ ਨਾਰਾਜ਼ ਨੇ, ਬਹੁਤ ਸਾਰੇ ਜਿਹੜੇ ਕਾਂਗਰਸ ਦੇ ਵੱਡੇ ਆਗੂ ਜਾਂ ਪਾਰਟੀ ਛੱਡ ਰਹੇ ਨੇ ਜਾਂ ਉਹਨਾਂ ਨੇ ਇੰਡੀਪੈਂਡੈਂਟ ਇਲੈਕਸ਼ਨ ਲੜਨ ਦਾ ਜਿਹੜਾ ਹੈ ਮਨ ਬਣਾ ਲਿਆ। ਤੁਸੀਂ ਪੀਸੀਸੀ ਪ੍ਰੈਜ਼ੀਡੈਂਟ ਸੀ, ਕੈਪਟਨ ਸਾਹਿਬ ਸੀਐਮ ਸੀ, ਇੱਕ ਚੰਗਾ ਤੁਹਾਡਾ ਸਿਸਟਮ ਚੱਲ ਰਿਹਾ ਸੀ, ਉਹਨੂੰ ਡੀਸਟੇਬਲਾਈਜ਼ ਕਰਕੇ ਜੋ ਕਾਂਗਰਸ ਦਾ ਹਾਲ ਹੋ ਰਿਹਾ ਦੁੱਖ ਹੁੰਦਾ ਹੈ ਕਿ ਕਾਂਗਰਸ ਕਿੱਧਰ ਨੂੰ ਜਾ ਰਹੀ ਹੈ ਪੰਜਾਬ। ਜਗਦੀਪ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰੂੰਗਾ, ਕਿਉਂਕਿ ਤੁਹਾਡੇ ਜਿਹੜੇ ਤੁਸੀਂ ਜਿਹੜੇ ਸ਼ਬਦ ਇਸਤੇਮਾਲ ਕੀਤੇ, ਆਈ ਐਮ ਗ੍ਰੇਟਫੁਲ ਟੂ ਯੂ, ਮੈਂ ਬੜਾ ਤੁਹਾਡਾ ਧੰਨਵਾਦੀ ਹਾਂ ਵੀ ਤੁਸੀਂ ਇੱਕ ਮੇਰੇ ਵਰਗੇ, ਮੈਂ ਨਹੀਂ ਸਮਝਦਾ ਆਪਣੇ ਆਪ 'ਚ ਕੋਈ ਜ਼ਿਆਦਾ ਕਾਬਲੀਅਤ ਮੇਰੇ ਕੋਲ ਹੈ। ਐਵਰੀਬਡੀ ਇਜ਼, ਜਦੋਂ ਦੇਖੀਦਾ ਆਲਾ ਦੁਆਲਾ ਸਾਰੇ ਬੜੇ ਜਾਣਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਤੁਹਾਡਾ ਬੜਪਨ ਹੈ। ਪਰ ਦੇਖੋ, ਮੈਂ ਕਿਸੇ ਤੇ ਉਹਨਾਂ ਦੀ ਸੋਚ ਤੇ ਕਮੈਂਟ ਨਹੀਂ ਕਰਦਾ, ਚਾਹੇ ਕੇਪੀ ਸਾਹਿਬ ਉਹ ਵੀ ਕਾਂਗਰਸ ਦੇ ਪ੍ਰਧਾਨ ਰਹੇ ਹੈ, ਮੰਤਰੀ ਰਹੇ ਹੈ, ਬੜੇ ਸੀਨੀਅਰ ਲੀਡਰ ਹੈ, ਮੈਂ ਤਾਂ ਬਹੁਤ ਲੇਟ ਜੁਆਇਨ ਕੀਤਾ ਪੋਲਿਟਿਕਸ 'ਚ। ਕੰਗ ਸਾਹਿਬ ਵੀ ਮੇਰੇ ਤੋਂ ਪਹਿਲਾਂ ਯੂਨੀਵਰਸਿਟੀ 'ਚ, ਜਦੋਂ ਮੈਂ ਯੂਨੀਵਰਸਿਟੀ ਗਿਆ ਉਸ ਤੋਂ ਪਹਿਲਾਂ ਉੱਥੇ ਯੂਨੀਵਰਸਿਟੀ ਦੇ ਪ੍ਰਧਾਨ ਰਹੇ ਲਏ ਸੀਗੇ। ਤੇ ਸਾਰੇ ਲੀਡਰ ਆਪਣੇ ਆਪਣੀ ਥਾਂ, ਡਿੰਪਾ ਜੀ ਮੈਂਬਰ ਆਫ ਪਾਰਲੀਮੈਂਟ ਇੱਥੇ ਵੀ MLA ਰਹੇ, ਸਾਰਿਆਂ ਦੀ ਆਪਣੀ ਸੋਚ ਹੈ। ਇਹਦਾ ਇੱਕ ਹੋਰ ਕਿਸੇ ਟਾਈਮ ਚਰਚਾ ਕਰਾਂਗੇ, ਪਰ ਜਿਹੜੇ ਮੌਕੇ ਤੇ ਤੁਸੀਂ ਗੱਲ ਕਰ ਰਹੇ ਹੋ ਵੀ ਮੇਰੇ ਮਨ 'ਚ ਹੈ ਕੀ ਜਿਹੜੀ ਗੱਲ ਕਰਦੇ ਹੋ, ਮੇਰੇ ਮਨ 'ਚ ਇਸਦਾ ਕੋਈ ਮਲਾਲ ਨਹੀਂ ਸਾਹਿਬ। ਮੇਰੇ ਕੋਲ ਮਲਾਲ ਉਦੋਂ ਹੋਵੇ ਵੀ ਮੈਂ, ਦੇਖੋ ਜਗਦੀਪ ਜੀ, ਲੈਟਸ ਬੀ ਓਨੈਸਟ, ਐਵੇਂ ਆਪਾਂ ਮਤਲਬ ਹਵਾਈ ਗੱਲ ਕੋਈ ਮੈਨੂੰ ਪੁੱਛੇ ਜਾਂ ਕਰਾਂ, ਮੈਂ ਆਈ ਵਾਜ਼ ਨਾਟ ਇਵਨ MLA ਸਾਹਿਬ, ਮੈਂ ਤਾਂ MLA ਨਹੀਂ ਸੀਗਾ, ਪਰ ਮੇਰਾ ਨਾਂ ਕਿਉਂ ਚੱਲਿਆ ਉੱਥੇ ਕਿਸੇ ਨੇ? ਇਨਫੈਕਟ ਜਗਦੀਪ ਜੀ, ਤੁਸੀਂ ਇਹਨੂੰ ਥੋੜਾ ਘੋਖੋ ਸਾਰੇ ਮਸਲੇ ਨੂੰ, ਕਿਸੇ ਡੋਂਟ ਗੋ ਬਾਏ ਮਾਈ ਵਰਡ ਵੀ ਮੈਂ ਕੀ ਕਹਿ ਰਿਹਾ, ਸੁਨੀਲ ਕੀ ਕਹਿ ਰਿਹਾ। ਕਿਸੇ ਵੀ MLA ਸਾਥੀ ਨੂੰ ਫੋਨ ਕਰਕੇ ਪੁੱਛੋਗੇ, ਜਿਹੜਾ ਤੁਹਾਡੇ ਕੋਲ ਫੋਨ ਆਇਆ, ਉਹਨਾਂ ਨੇ ਕੋਈ ਉਹਨਾਂ ਨੂੰ ਲਿਸਟ ਨਹੀਂ ਦਿੱਤੀ ਵੀ ਤੁਸੀਂ ਇਹ 4 ਬੰਦੇ ਆਏ ਜਾਂ 5 ਬੰਦੇ ਆ, ਇਹਨਾਂ ਚੋਂ ਕਿਹਨੂੰ ਪਸੰਦ ਕਰੋਗੇ। ਇੱਕ ਸਿੰਪਲ ਜਿਹਾ ਸਵਾਲ ਪੁੱਛਿਆ ਗਿਆ ਸੀਗਾ ਕਿ ਹੁਣ ਜਦੋਂ ਕੈਪਟਨ ਸਾਹਿਬ ਨੇ ਅਸਤੀਫਾ ਦੇਤਾ ਹੈ, ਉਹਦੇ ਬਾਅਦ ਤੁਸੀਂ ਕਿਸ ਆਦਮੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਪੰਜਾਬ ਦਾ ਦੇਖਣਾ ਚਾਹੋਗੇ? ਤੇ ਇਸ ਕਿਸਮ ਦਾ ਇੱਕ ਉਹਨਾਂ ਨੇ ਲੋਕਾਂ ਦੀ, ਸਾਰੇ MLA ਦੀ ਰਾਏ ਲਈ ਸੀਗੀ। ਉਹਦੇ ਵਿੱਚ ਸੁਨੀਲ ਦਾ ਨਾਮ ਆਉਣਾ ਮੇਰੇ ਵਾਸਤੇ ਤਾਂ ਬਹੁਤ ਬੜੀ ਬੜੱਪਨ ਦੀ ਗੱਲ ਹੈ ਸਾਹਿਬ। ਇਸ ਤੋਂ ਜ਼ਿਆਦਾ ਆਮ ਨਾਟ ਇਵਨ MLA, ਉਦੋਂ ਤਾਂ ਮੈਂ PCC ਪ੍ਰਧਾਨ ਵੀ ਹੈ ਨਹੀਂ ਸੀਗੀ। ਮੈਂ ਤਾਂ ਇਹਨਾਂ ਮੇਰੇ ਸਾਥੀਆਂ ਦਾ ਦੇਣ ਦੇ ਹੀ ਨਹੀਂ ਸਕਦਾ ਵੀ ਜਿਨ੍ਹਾਂ ਨੇ ਐਡਾ ਵੱਡਾ ਵਿਸ਼ਵਾਸ ਮੇਰੇ 'ਚ ਰੱਖਿਆ। ਅੱਜ ਦੇ ਇਸ ਮਾਹੌਲ ਦੇ ਵਿੱਚ ਜਦੋਂ ਸੋਚ ਬੜੀ ਛੋਟੀ ਹੋ ਗਈ ਹੈ, ਤੇ ਇਸ ਗੱਲ ਦੀ ਖੁੰਦਕ ਕਈ MLA ਨੂੰ ਸ਼ਾਇਦ ਭੁਗਤਣੀ ਵੀ, ਤੂੰ ਵੋਟਾਂ ਸੁਨੀਲ ਨੂੰ ਪਾਈਆਂ ਸੀਗੀਆਂ, ਹੁਣ ਸਾਡੇ ਤੋਂ ਕੀ ਭਾਲਦਾ ਹੈ। ਇਸ ਕਿਸਮ ਦੀ ਸੋਚ ਦੇ ਵਿੱਚ ਵੀ ਲੋਕਾਂ ਨੇ ਆ ਜਿਹੜਾ ਕੀਤਾ, ਮੈਂ ਤਾਂ ਪਾਰਟੀ ਦੇ MLA ਦਾ ਬੜਾ, ਮੈਂ ਇਸ ਗੱਲ ਦਾ ਕਦੇ ਵੀ ਦੇਣ ਦੇ ਹੀ ਨਹੀਂ ਸਕਦਾ। ਆਈ ਥਿੰਕ ਆਈ ਹੈਵ ਵੈਲੀਡੇਟਡ। ਬੜੇ ਘੱਟ ਮੌਕੇ ਹੁੰਦੇ ਜਦੋਂ ਆਪਣੇ ਪਿਛਲੇ 20 ਸਾਲ ਦੇ ਕੈਰੀਅਰ ਤੇ ਦੇਖ ਕੇ ਫਾਰਮੈਲਿਟੀ ਕੀਤੀ ਗਈ ਸੀ। ਇੱਕ ਸੈਕਿੰਡ ਨੀਤਿਕਾ ਜੀ, ਸੌਰੀ, ਲੱਗਦਾ ਹੈ ਕਿ ਉਸੇ ਫਾਰਮੈਲਿਟੀ ਕੀਤੀ ਗਈ ਸੀ। ਨਹੀਂ, ਫਾਰਮੈਲਿਟੀ ਨਹੀਂ, ਉਹਦਾ ਕੋਈ ਨਹੀਂ, ਇਟ ਵਾਸ ਨਾਟ ਅ ਫਾਰਮੈਲਿਟੀ। ਰਾਹੁਲ ਜੀ ਵਾਸ ਵਾਂਟਡ, ਬਿਲਕੁਲ ਰਾਹੁਲ ਜੀ ਦਾ ਸੀਗਾ ਵੀ ਇੱਕ ਨਿੱਤਰ ਕੇ ਗੱਲ ਸਾਹਮਣੇ ਆਵੇ। ਪਰ ਜਿਹੜਾ ਮੈਨੂੰ ਇੱਕ ਮਲਾਲ ਹੈ, ਦੇਖੋ ਮਲਾਲ ਅਗਰ ਮੈਂ ਤੁਹਾਨੂੰ ਇਸ ਗੱਲ ਨੂੰ ਬਿਲਕੁਲ ਹੀ ਦਰਕਿਨਾਰ ਕਰਦਿਆਂ, ਦੇਖੋ ਮੈਂ ਵੀ 8 ਮਾਸ ਦਾ ਬਣਿਆ, ਮੈਨੂੰ ਵੀ ਗੁੱਸਾ ਆਉਂਦਾ ਹੈ, ਮੈਨੂੰ ਵੀ ਪੀੜ ਹੁੰਦੀ ਹੈ, ਮੈਨੂੰ ਵੀ ਖੁਸ਼ੀ ਹੁੰਦੀ ਹੈ ਕਿਸੇ ਗੱਲ ਦੀ, ਮੈਨੂੰ ਇੱਕ ਮਹਿਸੂਸ ਜ਼ਰੂਰ ਇਸ ਗੱਲ ਦਾ ਹੁੰਦਾ। ਪਰ ਮੈਨੂੰ ਇਸ ਗੱਲ ਦਾ ਇੱਕ ਮਲਾਲ ਜ਼ਰੂਰ ਹੈ ਜਗਦੀਪ ਜੀ, ਮੇਰੇ ਤੇ ਇਲਜ਼ਾਮ ਲਾ ਕੇ ਕੋਈ ਮੈਨੂੰ ਮਨਾ ਕਰ ਦਿੰਦੇ ਠੀਕ ਸੀਗਾ ਵੀ ਸੁਨੀਲ ਰੇਤਾ ਚੋਰੀ ਕਰਦਾ ਹੈ, ਸੁਨੀਲ ਕੋਈ ਕਿਸੇ ਨੂੰ ਤੰਗ ਕਰਦਾ ਹੈ, ਪਰੇਸ਼ਾਨ ਕਰਦਾ ਹੈ, ਕੋਈ ਕਰਪਟ ਹੈ ਜਾਂ ਕੋਈ ਕੇਪੇਬਲ ਨਹੀਂ ਹੈ, ਜਾਂ ਇੰਨਾ ਹੀ ਕਹਿ ਦਿੰਦੇ ਵਿੱਚ ਇਸ ਫੈਕਟ ਵੀ ਸੁਨੀਲ ਤਾਂ MLA ਹੈ, ਇਹਨੂੰ ਕਿਵੇਂ ਬਣਾ ਦਈਏ। ਬਟ ਮੈਨੂੰ ਇਸ ਕਰਕੇ ਨਹੀਂ ਬਣਾਇਆ
ਜਾਂ ਇਸ ਕਰਕੇ ਕਈ ਸਾਥੀਆਂ ਦਾ ਜਿਹੜਾ ਵਿਚਾਰ ਸੀਗਾ ਵੀ ਸੁਨੀਲ ਇੱਕ ਪਗੜੀ ਧਾਰੀ ਨਹੀਂ ਹੈ ਜਾਂ ਕੇਸ ਧਾਰੀ ਨਹੀਂ ਹੈ, ਤੇ ਆ ਜਿਹੜਾ ਹੈ ਆ ਕਾਂਗਰਸ ਦੀ ਸੋਚ ਦੇ ਖਿਲਾਫ ਹੈ। ਮੈਂ ਸਮਝਦਾ ਵੀ ਇਸ ਤੋਂ ਵੱਡਾ ਮੇਰੇ ਤੇ ਕੋਈ ਹੋਰ ਇਲਜ਼ਾਮ ਲੱਗ ਹੀ ਨਹੀਂ ਸਕਦਾ। ਮੈਂ ਤਾਂ ਕਈ ਵਾਰੀ ਮੈਂ ਤਾਂ ਬਾਦਲ ਸਾਹਿਬ ਨੂੰ ਅਸੈਂਬਲੀ 'ਚ ਔਨ ਰਿਕਾਰਡ ਸੰਧੂ ਸਾਹਿਬ ਕੱਢ ਕੇ ਦੇਖੋਗੇ, ਬਾਦਲ ਸਾਹਿਬ ਨੇ ਕਿਹਾ ਮੈਨੂੰ ਟੋਕਤਾ ਸੀਗਾ ਐਜ਼ ਲੀਡਰ ਆਫ ਆਪੋਜੀਸ਼ਨ, ਜਦੋਂ ਉਹ ਬੋਲੀ ਉਹ ਕਹਿੰਦੇ ਜਾਖੜ ਸਾਹਿਬ ਪੰਜਾਬੀ 'ਚ ਬੋਲਿਆ ਕਰੋ। ਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਬਾਦਲ ਸਾਹਿਬ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ, ਬਟ ਜਿਹੜੇ ਤੁਹਾਡੇ ਕੋਲ ਬੈਠੇ ਆ ਇੱਥੇ ਕੇਸਤਾਰੀ ਵੀ ਬੈਠੇ ਆ, ਕਈ ਨੇ ਮੇਰੇ ਖਿਆਲ 'ਚ ਸਾਰੇ ਇੱਥੇ ਜਥੇਦਾਰ ਸਾਹਿਬਾਨ ਬੈਠੇ ਆ, ਅੰਮ੍ਰਿਤ ਵੀ ਛਕਿਆ ਹੋਣਾ, ਪਰ ਇਹਨਾਂ ਨਾਲੋਂ ਮੈਂ ਸੱਚਾ ਸਿੱਖ ਹਾਂ। ਤੇ ਕਿਉਂਕਿ ਮੈਂ ਗੁਰੂ ਮਹਾਰਾਜ ਦੀ ਜਿਹੜੀ ਬਾਣੀ ਹੈ, ਮੈਂ ਤਾਂ ਮੂਲ ਮੰਤਰ ਪੜ੍ਹਿਆ, ਮੈਂ ਉਹਨਾਂ ਵਾਂਗੂ ਨਾ ਤਾਂ ਅੰਮ੍ਰਿਤ ਛਕਿਆ, ਨਾ ਹੀ ਮੈਨੂੰ ਇਸ ਗੱਲ ਦਾ ਸੁਭਾਗ ਪ੍ਰਾਪਤ ਹੋਇਆ ਵੀ ਮੈਂ ਇੱਕ ਸਿੱਖੀ ਸਰੂਪ ਮੈਨੂੰ ਪ੍ਰਦਾਨ ਹੋਇਆ ਹੋਵੇ। ਮੈਂ ਤਾਂ ਮੇਰੇ ਪਿਤਾ ਤੋਂ, ਮੇਰੇ ਪਰਿਵਾਰ ਤੋਂ, ਮੇਰੇ ਸਾਥੀਆਂ ਤੋਂ ਜਾਂ ਗੁਰੂ ਮਹਾਰਾਜ ਦੀ ਜਿਹੜੀ ਬਾਣੀ ਦਾ ਮੂਲ ਮੰਤਰ ਹੈ, ਸਭ ਮਾਨਸ ਕੀ ਜਾਤ ਸਭ ਏਕੋ ਪਹਿਚਾਨ ਦੇ, ਤੇ ਇਸ ਤਰ੍ਹਾਂ ਉਸ ਗੱਲ ਤੇ ਚੱਲਣ ਵਾਲੇ ਸੀ। ਇਸ ਗੱਲ ਦਾ ਮਲਾਲ ਹੈ, ਪਰ ਬਾਕੀ ਉਹਨਾਂ ਲੋਕਾਂ ਨੇ ਜਿਹੜਾ ਮਲਾਲ ਕਈ ਸਾਡੇ ਚਲੋ ਉੱਥੇ ਬੈਠੇ ਅੰਬਿਕਾ ਜੀ ਦਾ ਆਪਣਾ ਵਿਚਾਰ ਹੋਣਾ ਹੈ, ਕਿਉਂਕਿ ਪੰਜਾਬ ਤੋਂ ਦੂਰ ਬੈਠੇ ਹੈ। ਇੱਥੇ ਜਿਹੜੇ ਕਈ ਸਾਡੇ ਸਾਥੀ ਹੈ, ਇਹਨਾਂ ਨੇ ਜਦੋਂ ਕਿਹਾ ਵੀ ਸੁਨੀਲ ਜਾਖੜ ਨੂੰ ਜੇ ਬਣਾਤਾ ਤੇ ਪੰਜਾਬ 'ਚ ਅੱਗ ਲੱਗ ਜੀ, ਮੈਨੂੰ ਉਸ ਗੱਲ ਦਾ ਮਲਾਲ ਹੈ। ਬਣਿਆ ਬਿਲਕੁਲ ਜਾਖੜ ਸਾਹਿਬ, ਬਣੇ ਨਾ ਬਣੇ, ਜਾਖੜ ਸਾਹਿਬ, ਜਾਖੜ ਜੀ ਫਿਰ ਰਾਹੁਲ ਜਾਖੜ ਸਾਹਿਬ ਪੰਜਾਬ 'ਚ 38% ਹਿੰਦੂ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ। ਮੈਨੂੰ ਲੱਗਦਾ ਕਿ ਪੰਜਾਬ ਦਾ ਤਾਣਾ ਬਾਣਾ ਇੰਨਾ ਖੂਬਸੂਰਤ ਬਣਿਆ ਹੋਇਆ ਕਿ ਇੱਥੇ ਕਦੀ ਵੀ ਸਿੱਖ ਹਿੰਦੂ ਨਾਲੋਂ ਜੰਗ ਨਹੀਂ ਹੋਇਆ। ਕਹਿੰਦੇ ਆ ਵੀ ਆਪਣਾ ਜਿਹੜਾ ਹੱਡ ਮਾਸ ਦਾ ਰਿਸ਼ਤਾ ਹੈ ਹਿੰਦੂ ਔਰ ਸਿੱਖਾਂ ਦਾ, ਉਹ ਇੱਕ ਲਾਇਦਾ ਜਗ੍ਹਾ। ਇੱਕ ਜਿਹੜਾ ਹੁਣ ਨਵਾਂ ਸਰਵੇ ਆ ਰਿਹਾ ਹੈ, ਨਵਾਂ ਸਰਵੇ ਜਿਹੜਾ ਕਾਂਗਰਸ ਕਰਾ ਰਹੀ, ਉਹਦੇ ਤੇ ਚੋਇਸ ਹੀ ਦੋ ਦਿੱਤੀ ਹੈ, ਚੋਇਸ ਤੇ ਮਨਜੂਰ ਸਿੰਘ ਸਿੱਧੂ, ਚੋਇਸ ਵੀ ਚਰਨਜੀਤ ਸਿੰਘ ਚੰਨੀ। ਉਹਦੇ ਵਿੱਚ ਨਾ ਸੁਨੀਲ ਜਾਖੜ ਦਾ ਨਾਮ ਹੈ, ਨਾ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਹੈ। ਉੱਥੇ ਲੱਗਦਾ ਨਹੀਂ ਕਿ ਜਿਹੜੀ ਇੱਕ ਸੋਚ ਸੀ ਕਾਂਗਰਸ ਦੀ, ਉਹ ਕਿਤੇ ਨਾ ਕਿਤੇ ਭਟਕ ਗਈ ਹੈ। ਤੁਹਾਨੂੰ ਦੋ ਪੇਪਰ 'ਚ ਇੱਕ ਦੋ ਸਵਾਲ ਦੇ ਦਿੱਤੇ ਕਿ ਜੈਸ ਤੋਂ ਮੁੱਖ, ਯਾਨੀ ਕਿ ਬਾਕੀਆਂ ਦੀ ਦਾਅਵੇਦਾਰੀ ਖਾਰਜ ਕਰਤੀ। ਬਿਲਕੁਲ ਕੋਈ ਦੇਖੋ, ਅੱਜ ਦੇ ਦਿਨ ਤਾਂ ਮੇਰਾ ਮੰਨਣਾ ਵੀ ਅੱਜ ਦੇ ਦਿਨ ਇਸ ਕਿਸਮ ਦੀ ਪੋਲ ਹੋਣੀ ਨਹੀਂ ਚਾਹੀਦੀ ਸੀ। ਅਗਰ ਮੈਂ, ਕਿਉਂਕਿ ਮੇਰੀ ਰਾਏ ਇਸ ਮਸਲੇ 'ਚ ਨਹੀਂ ਹੋਈ, ਉਸੇ ਦਿਨ ਮੇਰੇ ਖਿਆਲ 'ਚ ਜਦੋਂ ਰਾਹੁਲ ਜੀ ਨਾਲ ਇਹਨਾਂ ਨੇ ਟਰੈਵਲ ਕੀਤਾ ਹੈ, ਉੱਥੇ ਉਹਨਾਂ ਨੇ ਕਰ ਲਿਆ। ਅਗਰ ਕੋਈ ਰਾਏ ਮਾੜੀ ਮੋਟੀ ਹੁੰਦੀ ਤਾਂ ਮੈਂ ਕਹਿੰਦਾ ਜੀ ਅੱਜ ਦੇ ਦਿਨ ਦੇਖੋ, ਲੜਾਈ ਦੇ ਦਰਮਿਆਨ ਘੋੜਾ ਨਹੀਂ ਬਦਲਿਆ ਜਾਂਦਾ। A decision has been taken, ਲੋਕਾਂ ਨੇ ਵਿਸ਼ਵਾਸ ਦਿੱਤਾ ਹੈ, ਤੇ ਚਰਨਜੀਤ ਚੰਨੀ ਜੀ ਨੇ ਪਿਛਲੇ ਸਮੇਂ ਦੇ ਦੌਰਾਨ 3-4 ਮਹੀਨੇ ਜਿਹੜੇ ਮਿਲੇ ਹੈ, ਉਹਨਾਂ ਨੇ ਕੰਮ ਕਰਕੇ ਦਿਖਾਇਆ। ਤਾਂ ਅੱਜ ਦੇ ਦਿਨ ਇੱਕ ਓਪੀਨੀਅਨ ਪੋਲ ਲੈਣਾ ਇਟਸੈਲਫ ਸ਼ੋਜ਼ ਵੀ ਤੁਸੀਂ ਕਿੰਤੂ ਪਰੰਤੂ ਇੱਕ ਚਿੱਕ ਪੈਦਾ ਹੋ ਜਾਂਦੀ ਹੈ। ਆਈ ਥਿੰਕ ਵੀ ਅੱਜ ਦੇ ਦਿਨ ਸਾਰੀ ਪਾਰਟੀ ਚਰਨਜੀਤ ਚੰਨੀ ਦੇ ਨਾਲ ਖੜੀ ਹੈ। ਸਾਡੇ ਆਪਣੇ ਵਿਊਜ਼ ਹੋ ਸਕਦੇ, ਆਈ ਮੇ ਹੈਵ ਡਿਫਰੈਂਟ ਵਿਊਜ਼, ਮੇਰੇ ਆਪਣੇ ਜਾਤੀ ਮਫਾਦ ਹੋ ਸਕਦੇ ਹੈ, ਕਿਸੇ ਹੋਰ ਦੇ ਹੋ ਸਕਦੇ ਹੈ, ਬਟ ਪਾਰਟੀ ਦੇ ਨਾਲ ਖੜੇ ਆ ਸਭ। ਬਿਕੋਜ਼ ਅੱਜ ਜੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜਾਂ ਮੇਰਾ ਨਾਮ, ਜਿਹੜੀ ਮੈਂ ਗੱਲ ਵਿਚਾਲੇ ਵਿੱਚ ਰਹਿ ਗਈ, ਜਦੋਂ ਮੇਰਾ ਨਾਮ ਉੱਥੇ ਐਮਐਲਏ ਜੀ ਨੇ ਪ੍ਰਪੋਜ਼ ਕੀਤਾ, ਨਾਟ ਬਿਕੋਜ਼ ਸੁਨੀਲ ਦੇ ਕੋਈ ਸੁਰਖਾਰ ਦੇ ਪਰ ਨਿਕਲੇ ਹੈ, ਕੋਈ ਮੇਰੇ ਫੰਗ ਨਹੀਂ ਨਿਕਲੇ, ਬਟ ਪਾਰਟੀ 'ਚ ਹਾਂ ਮੈਂ। ਪਾਰਟੀ ਕਰਕੇ ਅੱਜ ਮੇਰੀ ਪਛਾਣ ਹੈ, ਪਾਰਟੀ ਕਰਕੇ ਅੱਜ ਤੁਹਾਡੇ ਨਾਲ ਗੱਲ ਹੋ ਰਹੀ ਹੈ, ਪਾਰਟੀ ਕਰਕੇ ਕੋਈ ਮੇਰੇ ਨਾਲ ਗੱਲ ਕਰਦਾ ਹੈ। ਸੋ ਉਸ ਪਾਰਟੀ ਦੀ ਬਿਹਤਰੀ ਵਾਸਤੇ ਮੈਂ ਸਮਝਦਾ ਵੀ ਸਾਰੇ ਲੋਕ ਇਕੱਠੇ ਹੈ। ਤੇ ਅੱਜ ਜਿਸ ਆਪਾਂ ਮੁਹਿੰਮ ਨੂੰ ਲੈ ਕੇ ਚੱਲੇ ਹਾਂ, ਕਿਉਂਕਿ ਪੰਜਾਬ ਦਾ ਜਿਹੜਾ ਭਵਿੱਖ ਹੈ ਉਹਦੇ ਤੇ ਕਿੰਤੂ ਪਰੰਤੂ ਨਾ ਖੜੀ ਹੋ ਜਾਏ, ਜਿਸ ਕਿਸਮ ਦੇ ਲੋਕ ਅੱਜ ਇੱਥੇ ਆਏ ਖੜੇ ਹੈ। ਸੋ ਇਹਨੂੰ ਦੇਖ ਕੇ ਮੇਰਾ ਗੱਲ ਸੀਗਾ ਵਿਚਾਰ ਸੀ। ਜਾਖੜ ਜੀ, ਤੁਸੀਂ ਸੈਕੂਲਰਿਜ਼ਮ ਦੀ ਗੱਲ ਕਰਦੇ ਹੋ, ਤੁਹਾਨੂੰ ਲੱਗਦਾ ਹੈ ਫਿਰ ਪਾਰਟੀ ਦਾ ਜਾਤੀ ਫੈਕਟਰ ਜਿਹੜਾ ਹੈ ਉਸ ਨੂੰ ਕੰਸੀਡਰ ਕਰ ਰਹੀ ਸੀ, ਔਰ ਜਾਤੀ ਫੈਕਟਰ ਨੂੰ ਕੰਸੀਡਰ ਕੀਤਾ ਵੀ? ਹੁਣ ਵੀ ਜੇ ਤੁਸੀਂ ਦੇਖੋਗੇ ਜਿੰਨੀਆਂ ਕੈਂਪੇਨ ਲਈ ਬੱਸਸ ਚੱਲ ਰਹੀਆਂ ਨੇ, ਉੱਥੇ 3 ਫੇਸਿਸ ਦਿਖ ਰਹੇ ਨੇ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ। ਯਾਨੀ ਕਿ ਕਿਤੇ ਨਾ ਕਿਤੇ ਸੀਐਮ ਦੇ ਚਿਹਰੇ ਵਜੋਂ ਤੁਹਾਨੂੰ ਵੀ ਸ਼ਾਇਦ ਪਾਰਟੀ ਦੇਖ ਰਹੀ ਹੋਣੀ ਹੈ, ਪਰ ਤੁਹਾਨੂੰ ਲੱਗਦਾ ਫਿਰ ਤੋਂ ਜਾਤੀ ਫੈਕਟਰ ਜਿਹੜਾ ਹੈ ਉਹ ਕੰਮ ਕਰ ਸਕਦਾ ਹੈ, ਤੁਹਾਨੂੰ ਉਸ ਦਾ ਲਾਸ ਹੋ ਸਕਦਾ ਹੈ? ਨੀਤਿਕਾ ਜੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ, ਮੈਂ ਇਲੈਕਸ਼ਨ ਹੀ ਨਹੀਂ ਲੜ ਰਿਹਾ, ਸੋ ਆਈ ਐਮ ਨਾਟ ਇਵਨ ਇਨ ਦਾ ਰੇਸ। ਮੈਂ ਮੁੱਖ ਮੰਤਰੀ ਦੀ ਜਿਹੜੀ ਆ ਰੇਸ ਹੈ, ਇਸ ਤੋਂ ਮੈਂ ਤਾਂ ਆਪ ਹੀ ਬਾਹਰ ਬੈਠਾ। ਤੇ ਕਿਸੇ 2-3 ਵਿਅਕਤੀ ਹੈ ਜਿਹੜੇ ਆਈ ਕੈਨ ਨਾਟ, ਦੇਖੋ ਅੱਜ ਦੇ ਦਿਨ ਕਿਸੇ ਦਾ ਨਾਮ ਲੈਂਦਾ ਮੈਂ ਚੰਗਾ ਨਹੀਂ ਲੱਗਦਾ, ਬਟ 2-3 ਜਿਹੜੇ ਬੰਦੇ ਹੈ ਜਿਨ੍ਹਾਂ ਨੇ ਇਸ ਕਿਸਮ ਦੀਆਂ ਗੱਲਾਂ ਕੀਤੀਆਂ, ਬਹੁਤ ਹੀ ਛੋਟੀ ਗੱਲ ਹੈ, ਚਾਹੇ ਸਾਡੇ ਤੋਂ ਬੜੇ ਸੀਨੀਅਰ ਹੈ ਅੰਬਿਕਾ ਸੋਨੀ ਜੀ, ਪਰ ਆਹ ਜਿਹੜੀ ਸੋਚ ਹੈ ਆ ਪੰਜਾਬੀਅਤ ਦੇ ਖਿਲਾਫ ਹੈ ਸਭ। ਤੇ ਜਿਹੜੇ ਮੇਰੇ ਆਪਣੇ ਕੁਲੀਗ ਜਿਹੜਿਆਂ ਨੇ ਆਹ ਗੱਲ ਉੱਥੇ ਕੀਤੀ,
ਵੀ ਸੁਨੀਲ ਨੂੰ ਬਣਾਇਆ ਜਾਂ ਇੱਕ ਕਿਸੇ ਗੈਰ ਸਿੱਖ ਨੂੰ ਬਣਾਇਆ ਤਾਂ ਪੰਜਾਬ 'ਚ ਅੱਗ ਲੱਗ ਜੂਗੀ, ਉਹਨਾਂ ਲੋਕਾਂ ਦਾ ਜਿਹੜਾ ਵਿਚਾਰ ਹੈ ਕਾਂਗਰਸ ਪਾਰਟੀ ਨੂੰ ਐਟਰੀਬਿਊਟ ਨਹੀਂ ਕੀਤਾ ਜਾ ਸਕਦਾ। ਇਟ ਇਜ਼ देयर ਪਰਸਨਲ ਵਿਊ। ਉਹਨਾਂ ਨੂੰ ਉਸ ਮੌਕੇ ਤੇ ਹਾਈ ਕਮਾਂਡ ਨੂੰ ਹੋ ਸਕਦਾ ਇਨਫਲੂਐਂਸ ਕਰ ਲਿਆ ਹੋਵੇ, ਬਟ ਮੈਂ ਅੱਜ ਜੇ ਦੇਖੋ ਜੀ, ਮੈਂ ਤੁਹਾਡੇ ਸਾਹਮਣੇ ਆ ਕਹਿ ਰਿਹਾ ਵੀ ਮੈਂ ਜਦੋਂ ਅੱਜ ਆਈ ਸ਼ੁੱਡ ਬੀ ਦਾ ਵਨ ਹੂ ਸ਼ੁੱਡ ਬੀ ਕ੍ਰਿਟਿਕ। ਮੈਂ ਸਭ ਤੋਂ ਜ਼ਿਆਦਾ ਇਸ ਗੱਲ ਦੀ ਕੰਪਲੇਨ ਕਰਾਂ ਵੀ ਨਹੀਂ ਉਹਨਾਂ ਨੇ ਕੀਤਾ। ਮੈਂ ਕਹਿ ਰਿਹਾ ਵੀ ਮੈਂ ਅੱਜ ਜੇ ਪਾਰਟੀ ਦੇ ਨਾਲ ਖੜਾ ਇਸ ਓਨਲੀ ਬਿਕੋਜ਼ ਆਫ ਮਾਈ ਐਡਮਿਰੇਸ਼ਨ ਫॉर ਰਾਹੁਲ ਗਾਂਧੀ, ਕਿਉਂਕਿ ਪਾਰਟੀ ਨੇ ਸਾਨੂੰ ਆ ਵਜੂਦ ਦਿੱਤਾ ਹੈ ਤੇ ਮੇਰੇ ਵਰਗੇ ਆਦਮੀ ਨੂੰ, ਮੈਂ ਤਾਂ ਆਪ ਦਾ ਐਮਐਲਏ ਦਾ ਇਲੈਕਸ਼ਨ ਹਾਰ ਗਿਆ ਸੀ 2017 ਦੇ ਅੰਦਰ, ਉਹਦੇ ਬਾਵਜੂਦ ਮੈਨੂੰ ਪੀਸੀਸੀ ਦਾ ਪ੍ਰਧਾਨ ਬਣਾਇਆ ਰਾਹੁਲ ਜੀ ਨੇ। ਇਸ ਤੋਂ ਪਹਿਲਾਂ ਵੀ ਜਦੋਂ 2012 ਚ ਮਿਸਿਸ ਗਾਂਧੀ ਨੇ, ਉਦੋਂ ਰਾਹੁਲ ਜੀ ਨੇ ਨਹੀਂ ਕਮਾਨ ਸੰਭਾਲੀ ਸੀ, ਮਿਸਿਸ ਗਾਂਧੀ ਨੇ ਮੈਨੂੰ ਸੀਐਲਪੀ ਦਾ ਲੀਡਰ ਆਫ ਆਪੋਜੀਸ਼ਨ ਬਣਾਇਆ। ਉਦੋਂ ਵੀ ਆ ਚਰਚਾ ਚੱਲੀ ਸੀਗੀ, ਉਦੋਂ ਪਰ ਚਰਚਾ ਚੱਲੀ ਸੀ, ਅਖਬਾਰਾਂ 'ਚ ਆਇਆ ਸੀ ਵੀ ਹੁਣ ਕਾਂਗਰਸ ਕਿਉਂਕਿ ਦੁਬਾਰਾ ਸਰਕਾਰ ਨਹੀਂ ਸੀ ਬਣ ਸਕੀ ਤੇ ਹੋ ਸਕਦਾ ਕਿਸੇ ਹਿੰਦੂ ਨੂੰ ਬਣਾਵੇ। ਤੇ ਮੈਂ ਜਦੋਂ ਮੈਡਮ ਸੋਨੀਆ ਜੀ ਨੂੰ ਮਿਲਣ ਗਿਆ ਸੀ, ਮੈਂ ਇੱਕੋ ਹੀ ਗੁਜ਼ਾਰਿਸ਼ ਕੀਤੀ ਸੀ, ਮੈਂ ਕਿਹਾ ਮੈਡਮ ਕਿਸੇ ਨੂੰ ਬਣਾਉਣਾ ਨਾ ਬਣਾਉਣਾ ਤੁਹਾਡਾ ਅਖਤਿਆਰ ਹੈ, ਮੈਨੂੰ ਆਹ ਵੀ ਨਹੀਂ ਪਤਾ ਕਿ ਪਤਾ ਨਹੀਂ ਕਿਹਦਾ ਤੁਸੀਂ ਸੋਚ ਰਹੇ ਹੋ। ਪਰ ਅਖਬਾਰਾਂ 'ਚ ਜਿਹੜੀ ਗੱਲ ਆਈ ਹੈ ਵੀ ਸੁਨੀਲ ਦਾ ਨਾਮ ਵੀ ਅੰਡਰ ਕੰਸੀਡਰੇਸ਼ਨ ਹੈ ਇੱਕ ਹਿੰਦੂ ਚਿਹਰੇ ਦੇ ਰੂਪ ਨਾਲ, ਉਦੋਂ ਮੈਂ ਕਿਹਾ ਮੈਡਮ ਮੈਂ ਗੁਜ਼ਾਰਿਸ਼ ਕਰਨਾ ਹੈ ਵੀ ਮੈਨੂੰ ਬਣਾਓ, ਜੇ ਅਗਰ ਮੇਰੇ 5 ਸਾਲ ਦੀ ਜਾਂ ਪਿਛਲੇ 10 ਸਾਲਾਂ ਦੀ ਕਾਰਵਾਈ ਤੁਹਾਨੂੰ ਠੀਕ ਲੱਗਦੀ ਹੈ ਪਾਰਟੀ ਵਾਸਤੇ, ਜਾਂ ਮੈਂ ਲੋਕਾਂ ਦੀ ਗੱਲ ਪੰਜਾਬ ਦੀ ਉੱਥੇ ਚੱਕੀ ਹੈ ਵਿਧਾਨ ਸਭਾ 'ਚ, ਤਾਂ ਜ਼ਰੂਰ ਕੰਸੀਡਰ ਕਰਿਓ। ਬਹੁਤ ਵੱਡਾ ਇੱਕ ਮਾਣ ਬਖਸ਼ੋਗੇ ਤੁਸੀਂ। ਪਰ ਜੇ ਤੁਸੀਂ ਮੈਨੂੰ ਇਸ ਕਰਕੇ ਬਣਾਉਣਾ ਚਾਹੁੰਦੇ ਹੋ ਵੀ ਸੁਨੀਲ ਜਾਖੜ ਇੱਕ ਹਿੰਦੂ ਹੈ, ਤਾਂ ਪਲੀਜ਼ ਨਾ ਕਰਿਓ, ਕਿਉਂਕਿ ਨਾ ਤਾਂ ਕਾਂਗਰਸ ਦੇ ਹਿੱਤ 'ਚ ਹੈ, ਨਾ ਹੀ ਮੈਂ ਸਮਝਦਾ ਵੀ ਆ ਮੇਰੀ ਇੱਕ ਤੋਹੀਨ ਹੈ। ਕਿਉਂਕਿ ਮੈਂ ਜਗਦੀਪ ਜੀ ਆਮ ਵੈਰੀ ਪ੍ਰਾਊਡ ਆਫ ਹੂ ਆਈ ਐਮ। ਮੈਨੂੰ ਬੜਾ ਫਖਰ ਆਪਣੇ ਆਪ ਤੇ, ਮੈਨੂੰ ਫਖਰ ਇਸ ਗੱਲ ਦਾ ਵੀ ਹੈ ਵੀ ਮੈਂ ਇੱਕ ਹਿੰਦੂ ਪੈਦਾ ਹੋਇਆ, ਮੈਨੂੰ ਫਖਰ ਇਸ ਗੱਲ ਦਾ ਵੀ ਉਸ ਤੋਂ ਜ਼ਿਆਦਾ ਹੈ ਕਿ ਮੈਂ ਹਿੰਦੁਸਤਾਨੀ ਹਾਂ। ਮੈਨੂੰ ਇਸ ਗੱਲ ਦਾ ਉਸ ਤੋਂ ਜ਼ਿਆਦਾ ਫਖਰ ਹੈ ਵੀ ਮੈਂ ਇੱਕ ਪੰਜਾਬੀ ਹਾਂ। ਤੁਸੀਂ ਹਮੇਸ਼ਾ ਤੋਂ ਜਾਣੇ ਜਾਂਦੇ ਸੀਗੇ, ਜਿਸ ਤਰ੍ਹਾਂ ਜਗਦੀਪ ਜੀ ਵੀ ਕਹਿ ਰਹੇ ਹੋ ਕਿ ਤੁਸੀਂ ਬਹੁਤ ਹੰਬਲ ਹੋ। ਮੇਰਾ ਪੂਰਾ ਸਵਾਲ ਸੁਣ ਲਓ। ਤੁਹਾਨੂੰ ਲੱਗਦਾ ਹੈ ਕਿ ਜਿੰਨੇ ਤੁਸੀਂ ਹੰਬਲ ਸੀ ਉਨੇ ਹੀ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਐਗਰੈਸਿਵ ਨੇ, ਜਾਂ ਫਿਰ ਕਹਿ ਸਕਦੇ ਆ ਜਿਸ ਤਰ੍ਹਾਂ ਪਾਰਟੀ ਦੇ ਦੂਸਰੇ ਲੀਡਰਸ ਵੀ ਕਹਿੰਦੇ ਨੇ ਕਿ ਉਹ ਤੂੰ ਤੜਾ ਕਰਕੇ ਗੱਲ ਕਰਦੇ ਨੇ? ਤੁਹਾਨੂੰ ਲੱਗਦਾ ਹੈ ਕਿ ਪਾਰਟੀ ਨੂੰ ਜਿਹੜਾ ਹੁਣ ਲਾਸ ਹੋ ਰਿਹਾ ਹੈ, ਜਿਹੜਾ ਕਾਂਗਰਸ ਦੇ ਵਿੱਚ ਬਵਾਲ ਵੱਧ ਰਿਹਾ ਹੈ, ਘਮਾਸਾਨ ਵੱਧ ਰਿਹਾ ਹੈ, ਉਸਦਾ ਮੁੱਖ ਕਾਰਨ ਨਵਜੋਤ ਸਿੰਘ ਸਿੱਧੂ ਹੀ ਨੇ? ਨਹੀਂ, ਮੈਂ ਦੇਖੋ, ਮੈਂ ਨੀਤਿਕਾ ਜੀ ਇੱਕ ਮਿੰਟ ਜਗਦੀਪ ਜੀ, ਮੈਂ ਇਹਨਾਂ ਦਾ ਜਵਾਬ ਦੇ ਦਿਆਂ। ਜਿਹੜੀ ਨੀਤਿਕਾ ਜੀ ਨੇ ਗੱਲ ਕੀਤੀ ਹੈ, ਵੈਸੇ ਆਪਣੇ ਪੰਜਾਬੀ ਦੀ ਕਹਾਵਤ ਹੈ, ਕਹਿੰਦਾ ਜਿਹੜਾ ਬੋਲਣ ਵਾਲਾ ਬੰਦਾ ਮਾੜਾ ਨਹੀਂ ਹੁੰਦਾ, ਆਪਣਾ ਦਿਲ ਸਾਫ਼ ਹੁੰਦਾ, ਇਹਦਾ ਜਿਹੜਾ ਚੁੱਪ ਚੁਪਾਤਾ ਮੀਸਣਾ ਹੁੰਦਾ ਉਹ ਮਾੜਾ ਹੁੰਦਾ। ਸੋ ਇਸ ਕਰਕੇ ਨਾ ਕਿਸੇ ਨੂੰ ਤੁਸੀਂ ਦੇਖੋ ਵੀ ਕੋਈ ਬੋਲਦਾ ਮਾੜਾ ਇਸ ਕਰਕੇ ਮਾੜਾ ਤੇ ਕੋਈ ਚੁੱਪ ਚੁਪਾਤਾ ਬੈਠਾ ਹੈ। ਜਿਹੜੇ ਲੋਕ ਜਿਹਨੂੰ ਕਹਿੰਦੇ ਨਾ ਵੀ ਆਹ ਘੁੰਨਾ ਜਿਹੜਾ ਆ ਬਹੁਤ ਖਤਰਨਾਕ ਹੈ, ਇਸ ਕਰਕੇ ਇਹਨਾਂ ਗੱਲਾਂ 'ਚ ਨਹੀਂ ਕੋਈ ਸਾਰ ਵੀ ਕੌਣ ਬੋਲਦਾ ਹੈ ਕਿ ਨਹੀਂ ਬੋਲਦਾ। ਬਿਹਤਰ ਹੈ ਲੋਕ ਕਿਹਦੀ ਪਾਲਿਸੀਜ਼, ਲੋਕ ਕਿਹਦੀ ਸੋਚ ਤੇ ਪਹਿਰਾ ਦਿੰਦੇ ਹੈ। ਸਾਰੇ ਪਾਰਟੀ ਦੇ ਨਾਲ ਇਕੱਠੇ ਹੈ, ਇੱਕ ਵਾਰੀ ਫੈਸਲਾ ਹੋ ਜਾਂਦਾ। ਪਰਿਵਾਰ 'ਚ ਹਰੇਕ ਨੂੰ ਮੌਕਾ ਨਹੀਂ ਮਿਲਦਾ, ਆ ਤਾਂ ਕਿਸੇ ਭਾਗਾਂ ਨੂੰ ਮਿਲਦਾ। ਸੋ ਡਾਕਟਰ ਸਾਹਿਬ ਇੱਕ ਸੈਕਿੰਡ, ਜੋ ਭਾਸ਼ਾ ਬਿਲਕੁਲ ਗਲਤ ਹੈ। ਭਾਸ਼ਾ ਕਾਂਗਰਸ ਦੀ ਭਾਸ਼ਾ ਹੈ ਜਾਂ ਕਾਂਗਰਸ ਦੀ ਭਾਸ਼ਾ ਦਾ ਕੀ ਹੈ? ਸੌਰੀ ਜਗਦੀਪ ਜੀ, ਪੂਰੀ ਆਵਾਜ਼ ਆਈ ਨਹੀਂ। ਮੈਂ ਇਹ ਕਹਿ ਰਿਹਾ ਜੀ, ਜਿਸ ਤਰ੍ਹਾਂ ਦੀ ਭਾਸ਼ਾ ਯੂਜ਼ ਕੀਤੀ ਜਾਂਦੀ ਹੈ, ਇੱਕ ਰਾਜਨੀਤਿਕ ਮਰਿਆਦਾ ਹੁੰਦੀ ਹੈ, ਕਿਸੇ ਦੇ ਪਰਸਨਲ ਅਟੈਕ ਨਹੀਂ ਕਰਨਾ ਚਾਹੀਦਾ, ਕਿਸੇ ਦੇ ਪਰਿਵਾਰ ਤੇ ਅਟੈਕ ਨਹੀਂ ਕਰਨਾ ਚਾਹੀਦਾ। ਲੇਕਿਨ ਤੁਹਾਡੇ ਪਾਰਟੀ ਪ੍ਰੈਜ਼ੀਡੈਂਟ ਜੋ ਬੋਲਦੇ ਆ ਕਿ ਪਾਰਟੀ ਦੀ ਭਾਸ਼ਾ ਹੈ, ਜੋ ਉਹਨਾਂ ਦੀ ਨਿੱਜੀ ਭਾਸ਼ਾ ਹੈ। ਦੇਖੋ, ਭਾਸ਼ਾ ਤੇ ਹਰੇਕ ਆਦਮੀ ਨੂੰ ਦੇਖੋ ਬੜਾ ਸੋਚ ਸਮਝ ਕੇ ਜ਼ਬਾਨ, ਕਿਉਂਕਿ ਜੇ ਮੈਂ ਕਹਾਂ ਛੋਟਾ ਮੂੰਹ ਤੇ ਵੱਡੀ ਗੱਲ, ਜੋ ਨੁਕਸਾਨ ਪੰਜਾਬ ਦਾ ਸਾਡੇ ਵੱਡੇ ਸੀਨੀਅਰ ਲੀਡਰ ਦੀ ਜ਼ਬਾਨ ਨੇ ਕਰਤਾ, ਉਹ ਪੰਜਾਬ ਦੇ ਕਾਲੇ ਦਿਨਾਂ ਦੇ ਅੰਦਰ ਜੋ ਗੋਲੀਆਂ ਚੱਲੀਆਂ ਸੀ ਟੈਰਰਿਸਟਾਂ ਦੀ, ਜੋ ISI ਦਾ ਰੋਲ ਸੀਗਾ, ਉਹ ਵੀ ਐਡਾ ਵੱਡਾ ਨੁਕਸਾਨ ਨਹੀਂ ਇਹ ਸਾਡੇ ਭਾਈਚਾਰੇ 'ਚ ਹੋਇਆ। ਜ਼ਬਾਨ ਇਹਦੇ ਤੇ ਲਗਾਮ ਹੋਣੀ ਬਹੁਤ ਜ਼ਰੂਰੀ ਹੈ ਜਗਦੀਪ ਜੀ, ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿਣਾ ਚਾਹੂੰਗਾ। ਚਾਹੇ ਕਿਸੇ ਦੀ ਵੀ ਜ਼ਬਾਨ ਹੋਵੇ, ਚਾਹੇ ਸੁਨੀਲ ਬੋਲ ਰਿਹਾ, ਚਾਹੇ ਅੰਬਿਕਾ ਸੋਨੀ ਜੀ ਬੋਲ ਰਹੇ ਹੈ, ਤੇ ਚਾਹੇ ਨਵਜੋਤ ਸਿੱਧੂ ਜਾਂ ਰੰਧਾਵਾ ਸਾਹਿਬ ਬੋਲਣ, ਜਾਂ ਜੇ ਕੋਈ ਨਹੀਂ ਬੋਲਦੇ ਤਾਂ ਸਾਡੇ ਮੁੱਖ ਮੰਤਰੀ ਚੰਨੀ ਸਾਹਿਬ ਨਹੀਂ ਬੋਲਦੇ, ਪਰ ਜ਼ਬਾਨ ਤੇ ਜਿਹੜਾ ਇੱਕ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਜਾਖੜ ਸਾਹਿਬ, ਕਿਆ ਇਹੀ ਕਾਰਨ ਹੈ ਕਿ ਅਸੀਂ ਤੁਹਾਨੂੰ ਸਲਾਮ ਕਰਦੇ ਹਾਂ ਕਿ ਤੁਸੀਂ ਆਪਣੇ ਦਿਲ ਦੀ ਕਹਿੰਦੇ ਹੋ,
ਇੱਕ ਤੁਸੀਂ ਜ਼ਿਕਰ ਕੀਤਾ ਕਿ ਇਲੈਕਸ਼ਨ ਹਾਰਨ ਤੋਂ ਬਾਵਜੂਦ ਪੀਸੀਸੀ ਪ੍ਰੈਜ਼ੀਡੈਂਟ ਬਣਾਇਆ। ਮੈਨੂੰ ਇਹ ਕਹਾਵਤ ਯਾਦ, ਫਿਲਮ ਦਾ ਨਾਮ ਯਾਦ ਆ ਰਿਹਾ ਬਾਜ਼ੀਗਰ, ਕਿ ਹਾਰ ਕਰ जीतने वाले को बाजीगर कहते हैं। और ਮੈਨੂੰ ਲੱਗਦਾ ਕਿ ਪੰਜਾਬ ਕਾਂਗਰਸ ਦੇ ਬਾਜ਼ੀਗਰ ਤੁਸੀਂ ਹੋ, ਦੋ ਇਲੈਕਸ਼ਨ ਆ ਰਹੇ, ਲੇਕਿਨ ਮੈਨੂੰ ਕੁਝ ਹੋਰ ਕਹਿ ਲਓ ਜਗਦੀਪ ਜੀ, ਬਾਜੀਗਰ ਨਾ ਕਹੋ। ਮੈਂ ਬਾਜੀਗਰ ਆ, ਨਾ ਮੈਂ ਮਦਾਰੀ ਆ। ਮੈਂ ਤਾਂ ਜੋ ਕੁਝ ਆ ਆਪਣੇ ਪਾਰਟੀ ਦਾ ਬਣਾਇਆ, ਪਰ ਆਮ ਨਾਟ ਬਾਜੀਗਰ। ਨਾ ਹੀ ਮੈਂ ਮਦਾਰੀ ਆ, ਨਾ ਹੀ ਮੈਂ ਕੋਈ ਸਟੇਜ ਤੇ ਜਾ ਕੇ ਕੋਈ ਚੁਟਕਲੇ ਸੁਣਾ ਸਕਦਾ। ਸੌਰੀ, ਮੈਂ ਐਡਾ ਵੱਡਾ ਮੇਰੇ ਤੇ ਤੁਸੀਂ ਫਤਵਾ ਨਾ ਤੁਸੀਂ ਇਸ਼ੂ ਕਰੋ। ਮੈਂ ਬਾਜੀਗਰ ਨਹੀਂ। ਮੈਂ ਤੁਹਾਨੂੰ ਬਾਜ਼ੀਗਰ ਕਹਿ ਰਿਹਾ, ਕਾਂਗਰਸ ਦਾ ਬਾਜ਼ੀਗਰ ਹਾਰ ਕੇ ਮੇਰਾ ਸਵਾਲ ਹੈ ਜੀ, ਇੱਕ ਮੇਰਾ ਸਵਾਲ ਹੈ ਜਾਖੜ ਸਾਹਿਬ, ਜੋ ਕਾਂਗਰਸ ਦੇ ਵਿੱਚ ਇਨਫਾਈਟਿੰਗ ਰੋਜ਼ ਖਬਰਾਂ ਆਉਂਦੀਆਂ ਨੇ ਕਿ ਫਲਾਣਾ ਜਿਹੜਾ ਰੁੱਸ ਗਿਆ, ਉਹ ਰੁੱਸ ਗਿਆ। ਅਸੀਂ ਪਿਛਲੇ ਇੱਕ ਸਾਲ ਤੋਂ ਦੇਖ ਰਹੇ ਹਾਂ ਦੁੱਖ ਹੁੰਦਾ ਕਿ ਕਾਂਗਰਸ ਕਿੱਧਰ ਨੂੰ ਜਾ ਰਹੀ ਹੈ, ਔਰ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ? ਇਹਦੇ ਚ ਕਈ ਤਰਮੀਮ ਕਰਨ ਵਾਲੇ, ਮੈਂ ਸਾਡੀ ਜਦੋਂ ਸੀਈਸੀ ਦੀ ਮੀਟਿੰਗ ਸੀ ਉਸ 'ਚ ਵੀ ਗੁਜ਼ਾਰਿਸ਼ ਕੀਤੀ ਸੀਗੀ। ਬਿਕਾਜ਼ ਜਗਦੀਪ ਜੀ ਅੱਜ ਕਿਉਂਕਿ ਆ ਸਾਰਾ ਇਲੈਕਟ੍ਰੋਨਿਕ ਮੀਡੀਆ ਆ ਗਿਆ, ਹੁਣ ਮੈਂ ਇੱਥੇ ਹੋਰ ਪਿੰਡਾਂ 'ਚ ਤੁਰਿਆ ਫਿਰਦਾ, ਗੱਲ ਤੁਹਾਡੇ ਨਾਲ ਚੰਡੀਗੜ੍ਹ ਹੋ ਰਹੀ ਹੈ, ਜਿਹੜੇ ਪੰਜਾਬ 'ਚ ਨਸ਼ਰ ਹੋ ਰਹੀ ਹੋਣੀ ਹੈ, ਪਰ ਹਰੇਕ ਨੂੰ ਨਿਗਾਹ ਰਹਿੰਦੀ ਹੈ ਜ਼ਿਆਦਾ ਹੋ ਗਿਆ। ਪਰ ਅਦਰਵਾਈਜ਼ ਜਦੋਂ ਵੀ ਇਲੈਕਸ਼ਨ ਹੋਏ ਹੈ, ਮੈਂ 1952 'ਚ ਹੋਣ ਲੱਗੇ ਇਲੈਕਸ਼ਨ, ਹੁਣ ਤਾਈਂ ਰੌਲਾ ਟਿਕਟ ਤਾਂ ਉਦੋਂ ਤੋਂ ਪੈਂਦਾ ਆ ਰਿਹਾ, ਚੇਂਜ ਹੋਇਆ ਟਿਕਟਾਂ ਇਵੈਲੂਏਸ਼ਨ ਕਰਨ ਦਾ, ਡਿਸਟਰੀਬਿਊਟ ਦਾ। ਮੈਂ ਗੁਜ਼ਾਰਿਸ਼ ਕੀਤੀ ਸੀ ਕਿ ਆ ਇੱਕ ਹੁਣ ਸਕਰੀਨਿੰਗ ਕਮੇਟੀਆਂ ਬਣਦੀਆਂ 15 ਦਿਨ ਪਹਿਲਾਂ ਇਲੈਕਸ਼ਨਾਂ ਤੋਂ, ਇਹ ਸਕਰੀਨਿੰਗ ਕਮੇਟੀ ਸਾਲ ਪਹਿਲਾਂ ਬਣਾ ਦੇਣ, ਇੱਕ ਇਨ ਹਾਊਸ ਰਿਵਿਊ ਹੋ ਜੇ ਪਰਫਾਰਮੈਂਸ ਦਾ, ਇਨਕਲੂਡਿੰਗ ਦਾ ਮਿਨਿਸਟਰ, ਚੀਫ ਮਿਨਿਸਟਰ, ਐਮਐਲਏਜ਼ ਔਰ ਪ੍ਰੋਬੇਬਲ ਕੈਂਡੀਡੇਟਸ। ਤੇ ਆ ਜਿਹੜਾ ਅੱਜ ਦੇ ਦਿਨ ਇੱਕ ਬਿਟਰਨੈਸ ਆ ਜਾਂਦੀ ਹੈ, ਰਿਸ਼ਤਿਆਂ 'ਚ ਖਟਾਸ ਆ ਜਾਂਦੀ ਆ, ਅਵੋਇਡ ਕੀਤੀ ਜਾ ਸਕਦੀ ਹੈ। ਕਈ ਵਾਰੀ ਇੱਕ ਮਜਬੂਰੀ ਬਣ ਜਾਂਦੀ ਹੈ, ਉਹਨਾਂ ਨੂੰ ਪਤਾ ਵੀ ਸੁਨੀਲ ਮਾੜਾ ਹੈ, ਪਰ ਉਹ ਦੇਖਦੇ ਵੀ ਸੁਨੀਲ ਨੇ ਕਿਸੇ ਹੋਰ ਨੂੰ ਆਪਣੇ ਇਲਾਕੇ 'ਚ ਸਿਰ ਨਹੀਂ ਕੱਢਣ ਦਿੱਤਾ, ਇਸ ਕਰਕੇ ਮਜਬੂਰੀ 'ਚ ਦੇਣੀ ਪੈ ਜਾਂਦੀ ਹੈ। ਕਈ ਅਜਿਹੇ ਇੰਸਟੈਂਸਿਸ ਸਾਹਮਣੇ ਆਉਂਦੇ, ਹਰੇਕ ਵਾਰੀ ਹੁੰਦਾ ਹੈ। ਪਰ ਜੇ ਪਹਿਲਾਂ ਇੱਕ ਵੈਲਿਊਏਸ਼ਨ ਦਾ ਸਿਸਟਮ ਬਣ ਜੇ ਤਾਂ ਕੁਝ ਹੱਦ ਤਾਈਂ ਕੰਟਰੋਲ ਕੀਤਾ ਜਾ ਸਕਦਾ। ਬਾਕੀ ਕੋਈ ਪੋਲਿਟਿਕਸ ਕੋ ਫਾਰਮੂਲਾ ਹੈ ਨਹੀਂ ਵੀ ਤੁਸੀਂ ਇੱਕ ਫਾਰਮੂਲਾ ਲਾ ਕੇ ਸਾਰਿਆਂ ਤੇ ਲਾ ਦਿਓ, ਬਟ ਬਹੁਤ ਇਹਦਾ ਹੋ ਸਕਦਾ ਹੈ। ਇਹਦੇ ਤੇ ਕੰਟਰੋਲ ਕਰਨ ਦੀ, ਇਹਨੂੰ ਸਾਰੇ ਸਿਸਟਮ ਨੂੰ ਚੇਂਜ ਕਰਨ ਦੀ ਲੋੜ ਹੈ। ਜਗਦੀਪ ਜੀ ਨੇ ਜਿਹੜੀ ਗੱਲ ਕਹੀ ਹੈ, ਮੈਂ ਉਸ ਨੂੰ ਹੀ ਅੱਗੇ ਵਧਾਉਂਗੀ ਕਿ ਤੁਸੀਂ ਜ਼ਿੰਮੇਦਾਰ ਕਿਸ ਨੂੰ ਮੰਨਦੇ ਹੋ। ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ਹਾਈ ਕਮਾਂਡ ਹੈ ਬਹੁਤ ਸਾਰੀ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਸੀਸੀ ਦੀ ਮੀਟਿੰਗ ਦੇ ਵਿੱਚ ਤੁਸੀਂ ਨਵਜੋਤ ਸਿੰਘ ਸਿੱਧੂ ਬਾਰ-ਬਾਰ ਕਹਿੰਦੇ ਰਹੇ ਕਿ ਜਿਹੜੇ ਐਮਐਲਏਜ਼, ਜਿਹੜੇ ਲੀਡਰਸ ਤੇ ਆਰੋਪ ਲੱਗੇ ਨੇ, ਚਾਹੇ ਉਹ ਇਲੀਗਲ ਮਾਈਨਿੰਗ ਦੇ ਹੋਣ ਜਾਂ ਫਿਰ ਹੋਰ ਆਰੋਪ, ਉਹਨਾਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ, ਪਰ ਫਿਰ ਵੀ ਉਹਨਾਂ ਨੂੰ ਟਿਕਟ ਦਿੱਤੀ ਗਈ। ਨੀਤਿਕਾ ਜੀ, ਆਰੋਪ ਲੱਗਣੇ, ਮੈਂ ਕੋਈ ਇਨਫੋਰਸਮੈਂਟ ਡਾਇਰੈਕਟਰੇਟ ਨਹੀਂ, ਮੈਂ ਕੋਈ ਇਨਵੈਸਟੀਗੇਸ਼ਨ ਬਿਊਰੋ ਨਹੀਂ, ਨਾ ਹੀ ਮੇਰੇ ਖਿਆਲ ਕੋਈ ਐਡਾ ਸਿਸਟਮ ਨਵਜੋਤ ਸਿੰਘ ਸਿੱਧੂ ਜੀ ਕੋਲ ਹੈ। ਇਲਜ਼ਾਮ ਤਾਂ ਪੰਜਾਬ 'ਚ ਕਿਸੇ ਬੱਚੇ ਨੂੰ ਪੁੱਛ ਲਓ ਵੀ ਬੇਅਦਬੀ ਕਰਵਾਉਣ ਵਾਲੇ ਦੇ ਪਿੱਛੇ ਹੱਥ ਕਿਹਦਾ ਸੀਗਾ, ਉਹ ਤੁਹਾਨੂੰ ਦੱਸ ਦੇਣਗੇ। ਇਲਜ਼ਾਮ ਤਾਂ ਤੁਹਾਨੂੰ ਪੰਜਾਬ ਦੇ ਕਿਸੇ ਬੱਚੇ ਦੇ, ਖਾਸ ਕਰਕੇ ਅੰਮ੍ਰਿਤਸਰ 'ਚ ਜਾ ਕੇ ਕਿਸੇ ਨੂੰ ਪੁੱਛ ਲਓ ਵੀ ਚਿੱਟੇ ਦਾ ਕੰਮ ਕਿਹਨੇ ਚਾਲੂ ਕੀਤਾ, ਉਹ ਤੁਹਾਨੂੰ ਦੱਸ ਦੇਣਗੇ। ਬਟ ਡਿਸੀਜਨ ਮੇਕਿੰਗ ਕੈਨ ਓਨਲੀ ਬੀ ਥਰੂ ਔਨ ਬੇਸਡ ਔਨ ਐਵੀਡੈਂਸ। ਕੁਛ ਮਜਬੂਰੀਆਂ ਹੁੰਦੀਆਂ ਪਾਰਟੀਆਂ ਦੀਆਂ, ਹਰੇਕ ਗੱਲ ਸੁਣੀ ਸੁਣਾਈ ਤੇ ਨਹੀਂ ਚੱਲਦੀ, ਸੋ ਇਹ ਵੀ ਇੱਕ ਫੈਕਟਰ ਹੋ ਸਕਦਾ। ਬਟ ਯੈਸ, ਅਗਰ ਆ ਰਿਵਿਊ ਪਹਿਲਾਂ ਹੋ ਜੇ, ਜਿਹੜੀ ਮੈਂ ਗੱਲ ਕੀਤੀ ਹੈ, ਤੇ ਇਹ ਸਾਰੀਆਂ ਗੱਲਾਂ ਅਵੋਇਡ ਹੋ ਸਕਦੀਆਂ। ਜਿਸ ਤੇ ਇਲਜ਼ਾਮ ਲੱਗਦਾ, ਮੇਰੇ ਤੇ ਇਲਜ਼ਾਮ ਲੱਗਦਾ ਹੋਵੇ, ਮੈਨੂੰ ਟਾਈਮ ਮਿਲ ਜੂਗਾ, ਮੈਂ ਆਪਣੀ ਗੱਲ ਰੱਖ ਸਕਾਂ ਹਾਈ ਕਮਾਂਡ ਕੋਲ ਜਾ ਕੇ। ਜੇ ਕਿਸੇ ਦਾ ਹੋਰ ਦਾ ਪੋਟੈਂਸ਼ੀਅਲ ਹੈ ਵੀ ਆ ਬੰਦਾ ਇੱਥੋਂ ਲੋਕਾਂ ਨਾਲ ਜੁੜਿਆ, ਲੋਕਾਂ ਦੀ ਸੇਵਾ ਕੀਤੀ ਹੈ, ਇਹਨੂੰ ਮੌਕਾ ਮਿਲਣਾ ਚਾਹੀਦਾ ਸੁਨੀਲ ਦੀ ਜਗ੍ਹਾ, ਉਹਦਾ ਹੋ ਜੇ। ਸੋ ਮੇਰਾ ਮੰਨਣਾ ਹੈ ਵੀ ਇਹਨਾਂ ਸਾਰੀਆਂ ਗੱਲਾਂ ਦਾ ਇੱਕ ਨਿਚੋੜ ਮੈਂ ਦੇਖਿਆ। ਬਾਕੀ ਮੇਰੇ ਤੋਂ ਸਿਆਣੇ ਬੈਠੇ ਉੱਤੇ ਜਿਹਨੂੰ ਹਰੇਕ ਗੱਲ ਦਾ ਧਿਆਨ ਹੈ, ਲਾਰਜਰ ਇੰਟਰਸਟ ਆਫ ਦਾ ਪਾਰਟੀ, ਇੱਥੇ ਜੋ ਵੀ ਫੈਸਲਾ ਲੈਣਾ। ਦੇਖੋ ਪੰਜਾਬ ਦਾ, ਮੈਂ ਜਿਸ ਦਿਨ ਨਵਜੋਤ ਸਿੰਘ ਸਿੱਧੂ ਜੀ ਪੀਸੀਸੀ ਪ੍ਰਧਾਨ ਬਣੇ, ਉਸ ਦਿਨ ਮੈਂ ਕਿਹਾ ਸੀਗਾ, ਉਹ ਰਾਵਤ ਸਾਹਿਬ ਆਏ ਬੈਠੇ ਸੀ, ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜਾ ਕੇ ਉੱਥੇ ਹਾਈ ਕਮਾਂਡ 'ਚ ਦੱਸ ਦਿਓ ਵੀ ਹਿੰਦੁਸਤਾਨ ਦੀ ਸਰਕਾਰ ਦਾ ਜਿਹੜਾ ਰਸਤਾ ਹੈ ਬਣਨ ਦਾ, ਉਹ ਪੰਜਾਬ ਦੇ ਵਿੱਚ ਦੀ ਹੋ ਕੇ ਜਾਂਦਾ ਹੈ। ਸੋ ਮੈਂ ਸਮਝਦਾ ਵੀ ਇਹ ਹਿੰਦੁਸਤਾਨ ਦਾ ਜਦੋਂ ਭਵਿੱਖ ਹੈ, ਦੇ ਹੈਵ ਟੂ ਕੰਸੀਡਰ। ਅੱਜ ਦੇ ਦਿਨ ਇਸ ਗੱਲ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਕਿ ਆ ਜਿਹੜਾ ਫੈਸਲਾ ਰਾਹੁਲ ਗਾਂਧੀ ਜੀ ਨੇ ਲਿਆ ਚਰਨਜੀਤ ਚੰਨੀ ਜੀ ਦਾ, ਉਹ ਕਹਿੰਦਾ ਨੱਚਾ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ ਹੈ, ਇਹਦੀ ਧਮਕ ਤਾਂ ਤਾਮਿਲਨਾਡੂ ਤਾਂ ਹੀ ਪੈਂਦੀ ਹੈ ਸਰ। ਸੋ ਉਹਨਾਂ ਨੇ ਬਹੁਤ ਗੱਲਾਂ ਦੇਖ ਕੇ ਫੈਸਲੇ ਲੈਣੇ ਹੁੰਦੇ ਆ, ਨਹੀਂ ਵੀ ਸੁਨੀਲ ਕੀ ਹੈ, ਕਿਉਂ ਕਹੂਗਾ ਜਾਂ ਕੋਈ ਹੋਰ ਕੀ ਕਹੂਗਾ। ਨੋ, ਦੈਟਸ ਵਨ ਆਫ ਦ ਇਸ਼ੂ। ਤੇ ਜਾਖੜ ਸਾਹਿਬ, ਮੇਰਾ ਇੱਕ ਸਵਾਲ ਹੈ, ਇੱਕ ਲੀਡਰ ਨੂੰ ਦੋ ਥਾਵਾਂ ਤੋਂ ਟਿਕਟ ਦੇਣ ਦੇ ਡਿਸੀਜਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਚਰਨਜੀਤ ਸਿੰਘ ਚੰਨੀ ਜੀ, ਜਗਦੀਪ ਸਰ,
ਡਾਕਟਰ ਸਾਹਿਬ ਮੇਰਾ ਇੱਕ ਸਵਾਲ ਹੈ ਕਿ ਤੁਸੀਂ ਪਾਰਟੀ ਵਿੱਚ ਆਪਣਾ ਕਿਸ ਤਰ੍ਹਾਂ ਦਾ ਰੋਲ ਦੇਖ ਰਹੇ ਹੋ, ਕਿਉਂਕਿ ਬਹੁਤ ਘੱਟ ਆਪਸ਼ਨਸ ਬਚੀਆਂ ਨੇ। ਜਿਹੜੇ ਬਾਹਰ ਆਏ ਲੋਕ ਸੀ ਉਹਨਾਂ ਨੇ ਪਾਰਟੀ ਦੇ ਲਗਭਗ ਕਬਜ਼ਾ ਕਰ ਲਿਆ ਤੁਹਾਡੀ ਪਾਰਟੀ 'ਚ, ਔਰ ਮੈਨੂੰ ਜਿੰਨਾ ਕਿ ਮੈਨੂੰ ਪਤਾ ਹੈ ਆਈ ਐਮ ਪ੍ਰਾਈਵੀ ਟੂ ਡਿਸਕਸ਼ਨਸ ਕਿ ਜਿਹੜੇ ਦੋ ਵੱਡੀਆਂ ਪੋਲੀਟੀਕਲ ਪਾਰਟੀਆਂ ਨੇ ਤੁਹਾਨੂੰ ਸੀਐਮ ਦਾ ਚਿਹਰਾ ਐਲਾਨ ਕਰਨ ਦੀ ਤੁਹਾਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਤੁਸੀਂ ਕਿਹਾ ਕਿ ਮੇਰਾ ਪੋਲੀਟੀਕਲ ਲੈਗੇਸੀ ਕਾਂਗਰਸ ਵਿੱਚ ਹੈ। ਇਹ ਦੱਸਣਾ ਚਾਹੋਗੇ ਕਿ ਦੋ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਤੁਹਾਡੇ ਪਿੱਛੇ ਪਈਆਂ ਹੋਈਆਂ ਸੀ, ਸੀਐਮ ਚਿਹਰਾ ਬਣਾਉਣਾ ਚਾਹ ਰਹੀਆਂ, ਲੇਕਿਨ ਤੁਸੀਂ ਕਾਂਗਰਸ ਜਿਹੜੀ ਹੈ ਫਿਰ ਵੀ ਤਰਜੀਹ ਦਿੱਤੀ ਕਾਂਗਰਸ ਨੂੰ, ਔਰ ਕਿਵੇਂ ਦਾ ਰੋਲ ਲੱਗ ਰਿਹਾ ਤੁਹਾਨੂੰ ਕਾਂਗਰਸ ਵਿੱਚ ਤੁਹਾਡਾ ਰਹੇਗਾ? ਸਰ ਮੇਰਾ ਰੋਲ ਹਰੇਕ ਬੰਦੇ ਦਾ ਇੱਕ ਲਿਮਿਟਿਡ ਰੋਲ ਹੁੰਦਾ ਸਾਹਿਬ। ਮੈਂ 20 ਸਾਲ ਕਾਂਗਰਸ ਪਾਰਟੀ ਨੇ ਮੈਨੂੰ ਲੋਕਾਂ ਦਾ ਸੇਵਾ ਕਰਨ ਦਾ ਮੌਕਾ ਦਿੱਤਾ, ਬੜੀ ਜ਼ਿੰਮੇਵਾਰੀ ਵਾਲੀਆਂ ਪੋਜੀਸ਼ਨ ਮੇਰੇ ਤੇ ਵਿਸ਼ਵਾਸ ਕਰਕੇ ਆਪੋਜੀਸ਼ਨ ਦਾ ਲੀਡਰ ਮੈਨੂੰ ਬਣਾਇਆ, ਪੀਸੀਸੀ ਦਾ ਪ੍ਰਧਾਨ ਬਣਾਇਆ। ਆਈ ਥਿੰਕ ਸਮਵੇਅਰ ਅਲੋਂਗ ਦਾ ਲਾਈਨ ਬੰਦੇ ਨੂੰ ਕਿਤੇ ਸਬਰ ਵੀ ਕਰ ਲੈਣਾ ਚਾਹੀਦਾ। ਬਥੇਰਾ ਕੋਈ ਦੇਤਾ ਪਾਰਟੀ ਨੇ, ਹੁਣ ਕਿੱਥੇ ਜਾ ਕੇ ਠੱਲ ਪਾਵਾਂਗੇ। ਸੋ ਐਸ ਫਾਰ ਐਜ਼ ਮੇਰਾ ਜਿੱਥੇ ਤਾਈਂ ਹੈ, ਬਿਕੋਜ਼ ਜਗਦੀਪ ਜੀ ਕੋਈ ਕਿਸੇ ਨਜ਼ਰੀਏ ਨਾਲ ਦੇਖੇ, ਮੇਰਾ ਮੰਨਣਾ ਹੈ ਵੀ ਜਦੋਂ ਮੇਰੇ ਤੇ ਆਹ ਇਲਜ਼ਾਮ ਲੱਗੇ ਵੀ ਸੁਨੀਲ ਨੂੰ ਬਣਾ ਕੇ ਪੰਜਾਬ 'ਚ ਅੱਗ ਲੱਗ ਜੂਗੀ, ਥੀਸ ਆਰ ਫੰਡਾਮੈਂਟਲ ਇਸ਼ੂ ਸਭ। ਤੇ ਜਿਸ ਕਿਸਮ ਦੇ ਲੋਕ ਨੇ ਇਲਜ਼ਾਮ ਲਗਾਏ ਉਹਨਾਂ ਨੂੰ ਦੇਖ ਕੇ ਮੈਂ ਰਾਹੁਲ ਜੀ ਨੂੰ ਬੇਨਤੀ ਕੀਤੀ ਸੀ। ਮੈਂ ਕਿਹਾ ਰਾਹੁਲ ਜੀ ਮੈਨੂੰ ਡਿਪਟੀ ਸੀਐਮ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਹੋਰ ਚੱਲ ਰਹੀਆਂ ਸੀ। ਮੈਂ ਕਹਿੰਦਾ ਜੀ ਯੂ ਡੋਂਟ ਹੈਵ, ਮੈਨੂੰ ਕੋਈ ਵੀ ਦੇਣ ਦੀ ਲੋੜ ਨਹੀਂ। ਜੇ ਤੁਹਾਨੂੰ ਆ ਕੋਈ ਆ ਕੇ ਕਹਿ ਦਿੰਦਾ ਵੀ ਸੁਨੀਲ ਪਾਰਟੀ ਛੱਡ ਕੇ ਜਾਂਦਾ ਰਹੂਗਾ, ਮੈਨੂੰ ਕੁਝ ਵੀ ਨਾ ਬਣਾਓ। ਇਨਫੈਕਟ ਮੈਂ ਤਾਂ ਇੱਥੇ ਤਾਂ ਹੀ ਕਹਿਦਾ ਸੀਗਾ ਵੀ ਜੇ ਮੈਨੂੰ ਪਾਰਟੀ 'ਚ ਕਿਸੇ ਗੱਲੋਂ ਕੱਢ ਵੀ ਦਿਓਗੇ ਤੇ ਮੈਂ ਮਰੂੰਗਾ ਕਾਂਗਰਸ ਦੇ ਝੰਡੇ ਦੇ ਹੇਠਾਂ। ਫਿਕਰ ਨਾ ਕਰੋ ਤੁਸੀਂ, ਇਸ ਗੱਲ ਤਾਂ ਮੇਰੇ ਤੇ ਤੁਸੀਂ ਨਾ ਕਰੋ। ਬਟ ਜਿਨ੍ਹਾਂ ਲੋਕਾਂ ਨੇ ਇਸ ਕਿਸਮ ਦੀ ਸੋਚ ਦਰਸਾਈ, ਲੋਕਾਂ ਦੇ ਨਾਲ ਮੈਂ ਨਹੀਂ ਸਮਝਦਾ ਵੀ ਮੈਂ ਉਹਨਾਂ ਨਾਲ ਕੋਈ ਨਿਭ ਸਕੂੰਗਾ। ਇਸ ਕਰਕੇ ਆਈ ਸਟੈਪ ਡਿਸਾਈਡ ਕਿ ਮੈਂ ਇਸ ਰਾਜਨੀਤਿਕ ਐਕਟਿਵ ਪੋਲਿਟਿਕਸ ਚੋਂ ਆਮ ਅਵੇ ਫਰਮ ਇਟ। ਸੋ ਮੇਰਾ ਕੋਈ ਰੋਲ ਨਹੀਂ ਸਮਝਦਾ ਵੀ ਜਿੰਨਾ ਮੈਂ ਕੰਟਰੀਬਿਊਟ ਕਰ ਸਕਦਾ ਸੀਗਾ ਆਈ ਹੈਵ ਡਨ ਇਟ। ਤੇ ਤੁਹਾਡੇ ਚੈਨਲ ਦੇ ਰਾਹੀਂ ਮੈਂ ਲੋਕਾਂ ਨੂੰ ਤੇ ਮੇਰੇ ਕਾਂਗਰਸ ਦੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਵੀ ਜਿੰਨਾ ਮਾਨ ਸਨਮਾਨ ਤੇ ਅਫੈਕਸ਼ਨ ਵਿਚ ਆਈ ਹੈਵ ਗॉट ਫਰਮ ਮਿਸਿਸ ਗਾਂਧੀ ਐਂਡ ਰਾਹੁਲ ਗਾਂਧੀ, ਮੈਨੂੰ ਇਸ ਗੱਲ ਦਾ ਫਖਰ ਹੈ। ਤੇ ਉਸ ਤੋਂ ਵੀ ਜ਼ਿਆਦਾ ਮੈਨੂੰ ਇਸ ਗੱਲ ਦਾ ਫਖਰ ਹੈ ਵੀ ਜਿੰਨਾ ਮਾਨ ਸਨਮਾਨ ਮੇਰੇ ਐਮਐਲਏ ਸਾਥੀਆਂ ਨੇ ਤੇ ਹਰੇਕ ਪੰਜਾਬੀ ਨੇ, ਸਭ ਹੋ ਸਕਦਾ ਦਿੱਲੀ ਬੈਠੇ ਕਿਸੇ ਨੂੰ ਸੁਨੀਲ ਲੱਗਿਆ ਹੋਵੇ ਵੀ ਸੁਨੀਲ ਨਾਲ ਕੋਈ ਅੱਗ ਲੱਗ ਜੂਗੀ। ਇੱਥੇ ਦੋ ਤਿੰਨ ਬੰਦਿਆਂ ਨੂੰ ਸਾਡੇ ਪੰਜਾਬ ਦੇ ਲੀਡਰਾਂ ਨੂੰ ਲੱਗਿਆ ਹੋਵੇ ਵੀ ਸੁਨੀਲ ਨੂੰ ਬਣਾਤਾ, ਪਰ ਮੈਨੂੰ ਹਰੇਕ ਪੰਜਾਬੀ ਨੇ ਖਿੜੇ ਮੱਥੇ ਸਮਝੇ। ਡਾਕਟਰ ਸਾਹਿਬ ਆਪਣਿਆਂ ਨੇ ਦਰਕਰਾਰ ਕੀਤਾ, ਲੇਕਿਨ ਤੁਹਾਨੂੰ ਬਾਕੀ ਪੋਲੀਟੀਕਲ ਪਾਰਟੀਆਂ ਵੱਲੋਂ ਤੇ ਦੋਸ਼ ਕੀਤਾ ਜਾ ਰਿਹਾ ਸੀ ਨਾ ਕਿ ਸੀਐਮ ਫੇਸ ਸਾਡਾ ਬਣ ਜਾਓ, ਸਾਨੂੰ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਸੀਐਮ ਫੇਸ ਬਣੋ। ਇਹਦਾ ਮੈਂ ਜਵਾਬ ਦਿੰਦਾ ਚੰਗਾ ਨਹੀਂ ਲੱਗਦਾ, ਪਰ ਮੈਂ ਤੁਹਾਨੂੰ ਇੱਕ ਇੰਸਟੈਂਸ ਸੁਣਾ ਦਿੰਦਾ ਜਗਦੀਪ ਜੀ। ਜਦੋਂ ਸਾਹਿਬ ਦਾ ਪੋਲੀਟੀਕਲ ਇਹਨਾਂ ਦੀ ਸਰਕਾਰਾਂ ਬਣ ਗਈਆਂ, ਇੱਕ ਦਿਨ ਕਿਤੇ ਅਡਵਾਨੀ ਸਾਹਿਬ ਵੱਡੇ ਚੌ ਸਾਹਿਬ ਨੂੰ ਮਿਲ ਗਏ। उन्होंने कहा जाकिर साहब आप हमारे साथ आओ, अपने मिल के काम करेंगे। ये बैठे अडवानी साहब अज भी वाहगुरु लंबी उम्र उन्होंने बख्शे, सेहत बख्शे। ते जाकिर साहब ने उन्होंने कहा सीगा कि अडवानी साहब अगर यही सवाल मैं आपको करता तो जो जवाब आप मुझे देते वही जवाब मैं आपको देना ठीक नहीं समझता। ਤੇ ਮੈਂ ਸਮਝਦਾ ਵੀ ਉਹ ਵੀ ਸਮਝਦੇ ਸਾਹਿਬ ਆ ਨਹੀਂ ਵੀ ਉਹਨਾਂ ਨੂੰ ਨਹੀਂ ਪਤਾ ਵੀ ਦੇਖੋ ਬੰਦੇ ਬੰਦੇ ਦੀ ਪਛਾਣ ਸਾਰਿਆਂ ਨੂੰ ਹੈ। ਮੈਨੂੰ ਯਾਦ ਹੈ 72 ਦਾ ਇਲੈਕਸ਼ਨ ਸੀਗਾ, 4 ਸਾਲ ਪਹਿਲਾ ਇਲੈਕਸ਼ਨ ਲੜੇ ਅਬੋਹਰ ਤੋਂ, ਵਾਜਪਾਈ ਸਾਹਿਬ ਆਏ ਸੀਗੇ ਸਾਡੇ ਉਦੋਂ, ਕਿਉਂਕਿ ਬੀਜੇਪੀ ਦਾ ਗੜ੍ਹ ਹੈ ਸਾਡਾ ਅਬੋਹਰ ਜਿਹੜਾ ਸੀਗਾ। ਵਾਜਪਾਈ ਸਾਹਿਬ ਨੇ ਇੱਥੇ ਆ ਕੇ ਸਟੇਜ ਤੇ ਸਾਡੇ ਗਾਂਧੀ ਮੈਦਾਨ 'ਚ ਮੀਟਿੰਗ ਹੋ ਰਹੀ ਸੀ, ਅਸੀਂ ਬੱਚੇ ਸੀ ਸੁਣਨ ਗਏ ਸੀ। ਤੇ ਉਦੋਂ ਉਹਨਾਂ ਨੇ ਇੱਥੇ ਹੱਥ ਮਾਰ ਕੇ ਕਿਹਾ ਸੀਗਾ, ਕਹਿੰਦਾ मैंने बोल दिया इंदिरा बहन जी को कि ये माल बिकाऊ नहीं है। कहूँगा भी बहुत कुछ दिता है पार्टी ने, सानू तो इस तो ज्यादा मंग भी नहीं सकते। ਜਾਖੜ ਜੀ 2 ਟਿਕਟ ਜਿਹੜੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀਆਂ ਗਈਆਂ ਨੇ, ਹਾਲਾਂਕਿ ਨਵਜੋਤ ਸਿੰਘ ਸਿੱਧੂ ਕਹਿ ਰਹੇ ਸੀ ਕਿ ਇੱਕ ਲੀਡਰ 21 ਥਾਂ ਤੋਂ ਚੋਣ ਜਿਹੜੀ ਹੈ ਲੜੇ। ਇਸ ਡਿਸੀਜਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਚੰਨੀ ਸਾਹਿਬ ਨੂੰ ਦੁਬਾਰਾ ਤੋਂ ਸੀਐਮ ਦਾ ਚਿਹਰਾ ਮੰਨਿਆ ਜਾ ਰਿਹਾ, ਇਹੀ ਕਾਰਨ ਹੈ ਕਿ 2 ਥਾਵਾਂ ਤੋਂ ਉਹਨਾਂ ਨੂੰ ਉਤਾਰਿਆ ਗਿਆ ਹੈ?
नहीं, यहाँ कोई क्राइटेरिया नहीं निमिता जी। अगर तुसी पहला मेरा जवाब सुनिया होवे, मैं तुहानू पहला कहा भी पार्टी नू अगर एक प्रैगमेटिक सोच, अगर मैं तो कांग्रेस नाल जुड़िया, जो फैसला राहुल जी ने करना है, जो लोग कहणगे, पर अगर मेरे को इस किस्म का सवाल आया होंदा तो मैं भी कह दिंदा भी बिल्कुल जी अज दे दिन तुहानू लेट्स नॉट डिस्टर्ब द कार्ट। अज दे दिन छेड़छाड़ करने की कोई लोड़ नहीं है, सब ठीक चल रहा सिस्टम। सो लोग तुसी मौका दिता है, 3-4 महीने का मौका दिता है, गिव हिम टाइम टू प्रूव। बदलने दी या कोई आ जा ओपीनियन लैंड की गल आवे बाद च ले लो। सो आई इवन अदरवाइज आई थिंक द पोलिटिकल डिसीजन हैज बीन मेड। हालात ने बनाता सब। अज के दिन सवाल जिहड़ा है अंडरमाइन्स द अथॉरिटी ऑफ द चीफ मिनिस्टर साहब। सवाल उठना नहीं सी चाहिए। उन्होंने दोनों ने पता नहीं सिद्धू जी ने ते चन्नी जी ने आ गल किवें कहती भी तुसी अनाउंस करके जाओ। अच्छा जाखड़ साहब, ਸੀਐਮ ਚਿਹਰੇ ਦੀ ਜੇ ਗੱਲ ਕੀਤੀ ਜਾਵੇ, ਨਹੀਂ ਤੁਹਾਨੂੰ ਲੱਗਦਾ ਹੈ ਕਿ ਦੋ ਥਾਵਾਂ ਤੋਂ ਇੱਕ ਲੀਡਰ ਨੂੰ ਉਤਾਰਨਾ ਚਾਹੀਦਾ ਹੈ? जाखड़ साहब, कोई नसीहत कांग्रेस को देना चाहोगे? क्योंकि बहुत सारे रैबल्स जिहड़े हैं वो मैदान में ने कांग्रेस ने जिहड़ा कांग्रेस का खेल खराब करनगे, कोई नसीहत देना चाहोगे? ਸੋ ਜਿਨ੍ਹਾਂ ਵਿਧਾਇਕਾਂ ਨੇ ਮੈਨੂੰ ਵੋਟਾਂ ਪਾਈਆਂ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਭੁਗਤਣਾ ਪੈ ਰਿਹਾ ਸੀ। ਪੰਜਾਬ, ਹਰਿਆਣਾ, ਹਿਮਾਚਲ ਤੇ ਛਲਕਿਆ ਸੁਨੀਲ ਕੁਮਾਰ ਜਾਖੜ ਹੋਰਾਂ ਦਾ ਦਰਦ। ਕਿਹਾ ਮੈਨੂੰ ਇਸ ਗੱਲ ਦਾ ਮਲਾਲ ਹੈ ਕਿ ਸੀਐਮ ਇਸ ਲਈ ਨਹੀਂ ਬਣਾਇਆ ਗਿਆ ਕਿਉਂਕਿ ਸਿਰ ਤੇ ਪਗੜੀ ਨਹੀਂ ਸੀ। ਲੜਾਈ ਦੇ ਵਿੱਚ ਘੋੜਾ ਨਹੀਂ ਬਦਲਿਆ ਜਾਂਦਾ, ਮੈਂ ਸੀਐਮ ਰੇਸ ਤੋਂ ਬਾਹਰ ਹਾਂ, ਜਾਖੜ ਹੋਰਾਂ ਨੇ ਕਿਹਾ। ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਨੂੰ ਕਿਤੇ ਨਾ ਕਿਤੇ ਉਸ ਦਾ ਭੁਗਤਣਾ ਪੈ ਰਿਹਾ ਹੈ। ਸੁਨੀਲ ਕੁਮਾਰ ਜਾਖੜ ਹੋਰਾਂ ਦਾ ਇਹ ਬਿਆਨ ਸੀ ਪੰਜਾਬ, ਹਰਿਆਣਾ, ਹਿਮਾਚਲ ਤੇ ਐਕਸਕਲੂਸਿਵ ਗੱਲ ਦੌਰਾਨ। ਕਿਉਂਕਿ ਮੈਂ ਪਗੜੀ ਧਾਰੀ ਨਹੀਂ, ਇਸ ਕਰਕੇ ਮੈਨੂੰ ਸੀਐਮ ਦੇ ਲਈ ਨਹੀਂ ਚੁਣਿਆ ਗਿਆ, ਮੈਨੂੰ ਸੀਐਮ ਨਹੀਂ ਬਣਾਇਆ ਗਿਆ, ਮੇਰੀ ਚੋਣ ਨਹੀਂ ਕੀਤੀ ਗਈ। ਇਸ ਸੋਚ ਤੇ ਮਲਾਲ ਜ਼ਾਹਰ ਕੀਤਾ